ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 117 ਅੰਕ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਇਹ ਅਸ਼ਟਪਦੀ ਜਿਹੜੀ ਲੈ ਰਹੇ ਹਾਂ, 14ਵੀਂ ਅਸ਼ਟਪਦੀ ਲੈ ਰਹੇ ਹਾਂ, ਤੀਸਰੀ ਪਾਤਸ਼ਾਹੀ ਦੀ ਮਾਝ ਰਾਗ ਦੇ ਵਿੱਚ, ਸੀਰੀਅਲ ਵਾਈਜ਼ 15ਵੀਂ। ਮਹਾਰਾਜ ਮਿਹਰ ਕਰਨ ਜੀ। ਮਾਝ ਮਹੱਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਖਾਈ। ਹਰ ਅਗਮ ਗੋਚਰ ਅਨਾਥ ਅਜੋਨੀ, ਸਤਿਗੁਰ ਕਹਿ ਭਾਏ ਪਾਵਣਿਆ। ਹੁਣ ਦੇਖੋ, ਮਹਾਰਾਜ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਵੀ ਸਤਿਗੁਰੂ ਨੇ ਸੱਚੀ ਸਿੱਖਿਆ ਦੇ ਦਿੱਤੀ, ਸੁਣਾ ਦਿੱਤੀ। ਸਤਿਗੁਰੂ ਨੇ ਸੱਚੀ ਸਿੱਖਿਆ ਸੁਣਾ ਦਿੱਤੀ। ਤੇ ਹੁਣ ਸਤਿਗੁਰ ਜਿਹੜੇ ਹੈਗੇ, ਆਪਾਂ ਫਿਰ ਜਿਹੜੇ ਇਹਦੇ ਵਿੱਚ ਜਿਹੜੇ ਹੈਗੇ ਕਾਫੀ ਜਿਹੜੀ ਹੈਗੀ ਇਹਦੇ ਵਿੱਚ ਕਨਫਿਊਜ਼ਨ ਆ ਜਾਂਦੀ ਹੈ। ਬਾਣੀ ਕਹਿੰਦੀ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇ ਰਿਹਾ ਸਮਾਏ। ਦੇਖ ਲਓ ਭਾਈ, ਹੁਣ ਸਤਿਗੁਰੂ ਜਿਹੜੇ ਹੈਗੇ ਸਾਰਿਆਂ ਦੇ ਵਿੱਚ ਸਮਾਏ ਹੋਏ ਆ ਸਤਿਗੁਰੂ, ਔਰ ਅਬਨਾਸੀ ਹੈਗੇ ਆ, ਔਰ ਪੁਰਖ ਹੈਗੇ ਆ, ਸਰੀਰ ਨਹੀਂ ਹੈਗੇ। ਹੁਣ ਇੱਥੇ ਜਿਹੜਾ ਹੈਗਾ, ਹੁਣ ਸਿੱਖਿਆ ਜਿਹੜੀ ਆਪਣੇ ਕੋਲ ਆਈ ਆ ਗਿਆਨ ਆਪਣੇ ਕੋਲ ਆ ਸਿੱਖਿਆ ਹੈਗੀ ਸਤਿਗੁਰੂ ਦੀ, ਇਹ ਤੀਸਰੀ ਪਾਤਸ਼ਾਹੀ ਕੋਲੋਂ ਆ ਰਹੀ ਹੈ। ਔਰ ਤੀਸਰੀ ਪਾਤਸ਼ਾਹੀ ਫਿਜ਼ੀਕਲ ਸਰੀਰ ਦੇ ਵਿੱਚ ਆਏ। ਆਹੀ ਜਿਹੜਾ ਹੈਗਾ, ਦੇਖੋ ਪਰਮਾਤਮਾ ਦਾ ਸਿਸਟਮ ਹੈਗਾ। ਪਰਮਾਤਮਾ ਨੇ ਜਿਹੜਾ ਹੈਗਾ, ਉਹ ਪਰਮਾਤਮਾ ਇੱਕ ਸਤਿਗੁਰੂ ਜਿਹੜੇ ਹੈਗੇ, ਸਤਿਗੁਰੂ ਦੇ ਰੂਪ ਦੇ ਵਿੱਚ ਪਰਮਾਤਮਾ ਜਿਹੜਾ ਹੈਗਾ, ਆਪ ਜਿਹੜਾ ਹੈਗਾ ਗਿਆਨ ਦਾ ਸੋਮਾ ਹੈਗਾ। ਸਾਰਾ ਗਿਆਨ ਨਿਕਲਣਾ ਹੈ ਪਰਮਾਤਮਾ ਕੋਲੋਂ ਨਿਕਲਣਾ ਹੈ। ਇਹ ਸਿਸਟਮ ਜਿਹੜਾ ਬਣਾਇਆ, ਉਹਦੇ ਵਾਸਤੇ ਮਾਲਕ ਪਰਮਾਤਮਾ ਨੇ ਇਸ ਤਰ੍ਹਾਂ ਦੀ ਖੇਡ ਰਚੀ ਹੋਈ ਹੈ। ਔਰ ਗਿਆਨ ਆਊਗਾ, ਦੇਖ ਲਓ, ਉਹ ਗਿਆਨ ਜਿਹੜਾ ਹੈਗਾ ਫਿਜ਼ੀਕਲ ਜਿਹੜੇ ਹੈਗੇ ਬਾਡੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਆਊਗਾ, ਉਹਨਾਂ ਦੇ ਥਰੂ ਆਊਗਾ। ਔਰ ਉਦੋਂ ਆਊਗਾ ਜਦੋਂ ਫਿਜ਼ੀਕਲ ਨਹੀਂ ਹੈਗੇ, ਜਦੋਂ ਫਿਜ਼ੀਕਲ ਨਹੀਂ ਹੈਗੇ, ਜਦੋਂ ਉਹਨਾਂ ਨੇ ਆਪਣੇ ਅੰਦਰ ਜਿਹੜੀ ਆਤਮਾ ਦੇ ਵਿੱਚ ਲੀਨ ਹੋ ਗਏ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਜਦੋਂ ਉਹਦੇ ਨਾਲ ਇੱਕ ਮਿਕ ਹੋ ਗਏ, ਤਾਂ ਗਿਆਨ ਆਏਗਾ। ਸਤਿਗੁਰ ਸਾਚੀ ਸਿੱਖ ਸੁਣਾਈ, ਸਿੱਖਿਆ ਸੱਚੀ ਸਿੱਖਿਆ। ਕਿਉਂਕਿ ਇਹ ਗਿਆਨ ਜਿਹੜਾ ਹੈਗਾ, ਇਹ ਗਿਆਨ ਤਿੰਨ ਜਿਹੜੇ ਹੈਗੇ ਆ, ਤਿੰਨ ਗੁਣਾ ਦੇ ਵਿੱਚ ਹੈਗਾ। ਇਹ ਗਿਆਨ ਹੈ ਬ੍ਰਹਮ ਗਿਆਨ, ਸਤਿਗੁਰੂ ਤੋਂ ਆ ਰਿਹਾ ਆ, ਔਰ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਦੇ ਥਰੂ ਆ ਰਿਹਾ ਆ। ਔਰ ਇਹ ਆਉਣਾ ਹਾਲੇ ਬੰਦ ਥੋੜੀ ਨਾ ਹੋਇਆ। ਆਪਾਂ ਕਹੀਏ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗਿਆਨ ਆ ਗਿਆ ਤੇ ਇਸ ਤੋਂ ਬਾਅਦ ਜਿਹੜੇ ਹੈਗੇ ਬ੍ਰਹਮ ਗਿਆਨੀ ਨਹੀਂ ਹੋਏ ਜਾਂ ਗਿਆਨ ਹੀ ਨਹੀਂ ਆ ਰਿਹਾ, ਐਵੇਂ ਦਾ ਨਹੀਂ ਕਰਨਾ ਭਾਈ। ਇਹ ਤਾਂ ਫਿਰ ਜਿਹੜਾ ਹੈਗਾ ਛੁਟਿਆਉਣਾ ਹੋ ਜਾਏਗਾ ਮਾਲਕ ਪਰਮਾਤਮਾ ਨੂੰ, ਉਸ ਸਤਿਗੁਰੂ ਨੂੰ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋਂ ਅੰਤ ਹੋਏ ਸਖਾਈ। ਕੀ ਸਿੱਖਿਆ ਸੁਣਾ ਦਿੱਤੀ ਵੀ ਹਰ ਚੇਤੋ ਪਰਮਾਤਮਾ ਨੂੰ ਚੇਤੋ ਪਾਈ, ਅੰਤ ਸਖਾਈ ਹੋ ਜਾਏਗਾ। ਇਹ ਧਿਆਨ ਸਿਮਰਨ ਕਰੋ, ਸਮਰਨ ਕਰੋ ਉਸ ਮਾਲਕ ਪਰਮਾਤਮਾ ਨੂੰ। ਆਖਰੀ ਅੰਤ ਹੋਏ ਸਖਾਈ, ਕਿਉਂਕਿ ਇਹ ਸਮਾਂ ਹੈਗਾ। ਅੰਤ ਕਿਉਂ ਲਿਖਿਆ ਮਹਾਰਾਜ ਨੇ? ਅੰਤ ਇਸ ਕਰਕੇ ਲਿਖਿਆ ਪਾਏ ਕਿ ਤੇਰੀ ਜਿਹੜਾ ਹੈਗਾ ਸਮਾਂ ਨਿਰਧਾਰਿਤ ਹੈਗਾ। ਇਹ ਫਿਜ਼ੀਕਲ ਸਰੀਰ ਤੈਨੂੰ ਮਿਲਿਆ, ਇਹਨੇ ਨਹੀਂ ਰਹਿਣਾ ਜਦ ਤੱਕ ਤੂੰ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਪ੍ਰਗਟ ਨਹੀਂ ਕਰ ਲੈਂਦਾ, ਆਤਮਾ ਤੱਕ ਯਾਤਰਾ ਨਹੀਂ ਕਰ ਲੈਂਦਾ। ਆਹ ਸਿੱਖਿਆ ਸੁਣਾਈ ਹੈ ਸਤਿਗੁਰੂ ਨੇ। ਸਤਿਗੁਰ ਸਾਚੀ ਸਿੱਖ ਸੁਣਾਈ, ਸਾਰਾ ਗਿਆਨ ਜਿਹੜਾ ਹੈਗਾ ਇਹ ਆਹੀ ਸਿੱਖਿਆ ਹੈਗੀ ਭਾਈ। ਔਰ ਦੋ ਰਸਤੇ ਹੈਗੇ, ਇੱਕ ਗਿਆਨ ਹੈਗਾ, ਇੱਕ ਗਿਆਨ ਦਾ ਮਾਰਗ ਹੈਗਾ, ਇੱਕ ਧਿਆਨ ਦਾ ਮਾਰਗ ਹੈਗਾ।
ਦੋ ਰਸਤੇ ਹੈਗੇ, ਔਰ ਆਪਣੇ ਜਿਹੜੇ ਹੈਗੇ ਐਸੀ ਸਿੱਖਿਆ ਹੈਗੀ ਕਿ ਦੋਨੋਂ ਕੰਬਾਈਨ ਕਰ ਦਿੱਤੇ। ਕਿਆ ਗਿਆਨ ਦੇ ਨਾਲ ਵੀ ਜਿਹੜਾ ਹੈਗਾ ਆਪਾਂ ਗਿਆਨ ਦੇ ਨਾਲ ਵੀ ਪਹੁੰਚ ਸਕਦੇ ਹਾਂ ਆਪਣੀ ਆਤਮਾ ਤੱਕ। ਗਿਆਨ ਕੀ ਹੈਗਾ? ਗਿਆਨ ਦੱਸੀ ਜਾਊਗਾ ਆਪਾਂ ਨੂੰ ਬਈ ਆ ਨਹੀਂ, ਗਿਆਨ ਦੱਸ ਦੂਗਾ ਆ ਨਹੀਂ ਹੈਗਾ ਪਰਮਾਤਮਾ, ਆ ਨਹੀਂ ਹੈਗਾ ਪਰਮਾਤਮਾ, ਆ ਨਹੀਂ ਹੈਗਾ ਪਰਮਾਤਮਾ, ਤੇ ਆਖਰੀ ਦੇ ਵਿੱਚ ਜੋ ਰਹਿ ਜਾਏਗਾ ਉਹੀ ਪਰਮਾਤਮਾ, ਉਹੀ ਆਤਮਾ। ਔਖੀ ਖੇਡ ਹੈਗੀ, ਪਰ ਇਹ ਨਹੀਂ ਵੀ ਗਿਆਨ ਦੇ ਰਾਹੀਂ ਆਪਾਂ ਨਹੀਂ ਪਹੁੰਚ ਸਕਦੇ। ਦੂਸਰਾ ਰਸਤਾ ਹੈਗਾ ਧਿਆਨ ਦੇ ਰਾਹੀਂ ਆਪਣੇ ਆਪ ਨੂੰ ਜਿਹੜਾ ਹੈਗਾ ਆਪਣਾ ਜਿਹੜਾ ਆਕਾਰ ਦੇ ਨਾਲ, ਸਰੀਰ ਦੇ ਨਾਲ ਆਪਾਂ ਬੰਨੇ ਹੋਏ ਆ, ਉਹਦੇ ਤੋਂ ਆਜ਼ਾਦ ਹੋ ਜਾਣਾ ਹੈ, ਪ੍ਰਕਿਰਤੀ ਤੋਂ ਆਜ਼ਾਦ ਹੋ ਜਾਣਾ ਧਿਆਨ ਦੇ ਨਾਲ। ਔਰ ਇਹ ਸਿੱਖਿਆ ਐਸੀ ਸੁਣਾਈ ਹੈ ਸਤਿਗੁਰੂ ਨੇ ਕਿ ਇਹ ਦੋਨੋਂ ਹੀ ਹੈਗੇ ਆ, ਇਹਦੇ ਵਿੱਚ ਗਿਆਨ ਵੀ ਹੈਗਾ ਔਰ ਧਿਆਨ ਵੀ ਹੈਗਾ। ਕੈਸਾ ਦੇਖੋ ਕਿੰਨਾ ਜ਼ਬਰਦਸਤ ਆਪਣੇ ਉੱਤੇ ਜਿਹੜੀ ਹੈਗੀ ਮਿਹਰ ਹੈਗੀ ਆ। ਐਸਾ ਹੈਗਾ ਬ੍ਰਹਮ ਗਿਆਨ ਪਾਈ, ਐਸੀ ਹੈਗੀ ਸਤਿਗੁਰੂ ਦੀ ਸਿੱਖਿਆ। ਇਸ ਕਰਕੇ ਸਤਿਗੁਰੂ ਦੀ ਸਿੱਖਿਆ ਜਿਹੜੀ ਆਉਣੀ ਹੈ ਉਹ ਗੁਰੂ ਦੇ ਥਰੂ ਆਏਗੀ। ਗੁਰੂ ਫਿਜ਼ੀਕਲ ਨਹੀਂ ਹੁੰਦਾ। ਜਦ ਉਹ ਫਿਜ਼ੀਕਲ ਸਰੀਰ ਦੇ ਵਿੱਚ ਹੋ ਕੇ ਜਦ ਉਹ ਸਰੀਰ ਛੱਡ ਦਿੱਤਾ, ਜਦ ਜਿਹੜਾ ਹੈਗਾ ਇਸ ਪ੍ਰਕਿਰਤੀ ਦੀ ਪਕੜ ਤੋਂ ਉਸ ਸਤਿਗੁਰੂ ਦੇ ਨਾਲ, ਉਸ ਪਰਮਾਤਮਾ ਦੇ ਨਾਲ, ਉਸ ਆਤਮਾ ਦੇ ਨਾਲ ਇੱਕਮਿਕ ਹੋ ਗਏ, ਉਦੋਂ ਫਿਰ ਇਹ ਗਿਆਨ ਆਏਗਾ, ਉਦੋਂ ਇਹ ਸਿੱਖਿਆ ਆਉਂਦੀ ਹੈ, ਉਹਨਾਂ ਦੇ ਥਰੂ ਆਉਂਦੀ ਹੈ। ਜੇ ਆਪਾਂ ਇਕੱਲੇ ਫਿਜ਼ੀਕਲ ਲੈ ਲਾਂਗੇ ਤੇ ਫਿਰ ਜਿਹੜਾ ਹੈਗਾ ਫਿਰ ਆਪਾਂ ਫਿਰ ਫਸ ਗਏ ਪਾਏ, ਫਿਰ ਇਹ ਭੂਲ ਭੁਲੇਆ ਚੋਂ ਨਹੀਂ ਨਿਕਲ ਪਾਵਾਂਗੇ ਆਪਾਂ। ਮਾਝ ਮਹੱਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਖਾਈ। ਆਹ ਸਿੱਖਿਆ ਹੈਗੀ ਭਾਈ, ਉਸ ਮਾਲਕ ਨੂੰ ਚੇਤੋ ਭਾਈ, ਉਹਦਾ ਧਿਆਨ ਸਿਮਰਨ, ਉਹਦਾ ਧਿਆਨ ਕਰੋ ਮਾਲਕ ਪਰਮਾਤਮਾ ਦਾ। ਤੁਸੀਂ ਫਿਜ਼ੀਕਲ ਨਹੀਂ ਹੈਗੇ ਆ। ਇਹ ਮਾਇਆ ਜਿਹੜੀ ਹੈਗੀ, ਇਹ ਸਰੀਰ ਮਿਲਿਆ ਹੈ ਤੁਹਾਨੂੰ, ਇਹ ਸਰੀਰ ਜਿਹੜਾ ਹੈ ਪ੍ਰਕਿਰਤੀ ਦੇ ਵਿੱਚ ਕੈਦ ਹੈਗੇ ਆਪਾਂ। ਉਸ ਦੀ ਖਿੱਚ ਨੂੰ ਆਪਾਂ ਨੇ ਜਿਹੜੀ ਉਹਦੀ ਜਿਹੜੀ ਹੈਗੀ ਆ ਤ੍ਰਿਸ਼ਨਾ ਜਿਹੜੀ ਹੈਗੀ ਪਾਈ ਹੋਈ ਆਪਾਂ ਨੂੰ, ਮੋਹ ਪਾਇਆ ਹੋਇਆ ਆ, ਉਸ ਤੋਂ ਜਿਹੜਾ ਹੈਗਾ ਆਪਾਂ ਆਜ਼ਾਦ ਹੋਣਾ ਹੈ ਭਾਈ, ਉਸ ਪਿੰਜਰੇ ਤੋਂ ਆਜ਼ਾਦ ਹੋਣਾ ਹੈ। ਆਹੀ ਸਿੱਖਿਆ ਦਿੱਤੀ ਹੈ। ਹਰ ਚੇਤੋ ਅੰਤ ਹੋਏ ਸਖਾਈ। ਲਾ ਲੋ ਖੰਭ, ਉਸਦੇ ਸਿਮਰਨ ਦੇ ਖੰਭ, ਨਿਕਸਰੇ ਪੰਖੀ ਸਿਮਰ ਹਰ ਪਾਂਖ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਖਾਈ। ਹਰ ਅਗਮ ਅਗੋਚਰ ਅਨਾਥ ਅਜੋਨੀ, ਸਤਿਗੁਰ ਕੈ ਪਾਏ ਪਾਵਣਿਆ। ਕਹਿੰਦੇ ਉਹ ਹਰ ਪਰਮਾਤਮਾ ਅਗਮ ਹੈਗਾ, ਨਹੀਂ ਅਪਹੁੰਚ ਹੈਗਾ, ਅਗੋਚਰ ਹੈਗਾ, ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ, ਅਨਾਥ। ਉਹ ਮਾਲਕ ਦੇ ਉੱਤੇ ਕੋਈ ਨਾਥ ਨਹੀਂ ਹੈਗਾ, ਉਸ ਦੇ ਉੱਪਰ ਉਹ ਹੋਲ ਸੋਲ ਕਰਤਾ ਹੈਗਾ ਸਾਰਾ, ਸਭ ਤੋਂ ਉੱਪਰ ਹਮੇਸ਼ਾ ਰਹਿਣ ਵਾਲਾ, ਅਜੋਨੀ, ਜੂਨਾਂ ਚ ਨਹੀਂ ਆਉਂਦਾ। ਸਤਿਗੁਰ ਕਹਿ ਪਾਏ ਪਾਵਣਿਆ। ਦੇਖ ਲਓ ਭਾਈ, ਇਹ ਸਿੱਖਿਆ ਸਤਿਗੁਰੂ ਦੇ ਨਾਲ ਪਿਆਰ ਪਾਵਾਂਗੇ, ਇਹ ਸਿੱਖਿਆ ਗ੍ਰਹਿਣ ਕਰਾਂਗੇ, ਇਹਦੇ ਅਨੁਸਾਰ ਚੱਲਾਂਗੇ ਤੇ ਪਾ ਸਕਦੇ ਹਾਂ ਆਪਾਂ ਬੂੰਦ ਸਾਗਰ ਦੇ ਵਿੱਚ ਮਰਜ ਹੋ ਸਕਦੀ ਆ। ਇਹ ਜਿਹੜੀ ਮਨੁੱਖੀ ਸਰੀਰ ਮਿਲਿਆ ਆਪਾਂ ਨੂੰ, ਇਹ ਸਫਲ ਹੋ ਸਕਦਾ ਹੈ। ਇਹ ਬਾਰੀ ਆਪਣੀ ਜਿਹੜੀ ਹੈਗੀ ਸਫਲ ਹੋ ਸਕਦੀ ਹੈ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਖਾਈ। ਨਹੀਂ ਤਾਂ ਫਿਰ ਕੀ ਹੋਏਗਾ? ਮਾਇਆ ਦੇ ਨਾਲ ਆਪਾਂ ਜਿਹੜੇ ਹੈਗੇ ਕਾਰਨ ਸਰੀਰ ਲੈ ਕੇ ਜਾਵਾਂਗੇ ਭਾਈ, ਉਹੀ ਸਖਾਈ ਹੋ ਜਾਏਗਾ। ਔਰ ਫਿਰ ਜਿਹੜਾ ਹੈਗਾ ਫਿਰ ਪਤਾ ਨਹੀਂ ਕਦੋਂ, ਕਿਹੜੀ ਜੂਨ ਦੇ ਵਿੱਚ ਜਾਣਾ ਹੈ ਆਪਾਂ ਨੇ, ਕਦੋਂ ਵਾਰੀ ਆਏਗੀ। ਹਰ ਅਗਮ ਅਗੋਚਰ ਅਨਾਥ ਅਜੋਨੀ, ਸਤਿਗੁਰ ਕੇ ਪਾਏ ਪਾਵਣਿਆ। ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ। ਇਸ ਤਰੀਕੇ ਦੇ ਨਾਲ ਆਪਣਾ ਆਪ ਜਿਹੜਾ ਹੈਗਾ ਨਿਵਾਰਿਆ ਜਾਂਦਾ ਹੈ। ਇਹ ਹਉਮੈ ਜਿਹੜੀ ਹੈਗੀ, ਇਹ ਕਾਰਨ ਸਰੀਰ ਜਿਹੜਾ ਹੈਗਾ, ਇਹ ਆਪਣਾ ਜਿਹੜਾ ਹੈਗਾ ਆਪਣੇ ਆਪ ਨੂੰ ਕਰਤਾ ਮੰਨਿਆ ਹੋਇਆ ਹੈ, ਆਪਾਂ ਨੇ ਫਿਜ਼ੀਕਲ ਮੰਨਿਆ ਹੋਇਆ ਆ। ਇਸ ਤਰ੍ਹਾਂ ਜਿਹੜੀ ਹੈਗੀ ਆ, ਇਹ ਮਾਇਆ ਦੀ ਪਕੜ, ਪ੍ਰਕਿਰਤੀ ਦੀ ਪਕੜ ਤੋਂ ਆਪਾਂ ਆਜ਼ਾਦ ਹੋ ਸਕਦੇ ਹਾਂ, ਨਿਵਾਰ ਪਰੇ ਹੋ ਸਕਦੇ ਹਾਂ। ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ। ਆਪ ਗਵਾਏ ਤਾਂ ਹਰ ਪਾਏ। ਕੰਡੀਸ਼ਨ ਹੈ ਪਾਏ, ਇਹ ਪ੍ਰਕਿਰਤੀ ਦੀ ਪਕੜ ਚੋਂ ਬਾਹਰ ਹੋਣਾ ਪਊਗਾ, ਇਹਨੂੰ ਗਵਾਉਣਾ ਪਊਗਾ। ਇਹ ਆਪਾਂ ਨੂੰ ਤਾਂ ਦੇਖੋ ਕਿੰਨੀ ਖਿੱਚ ਹੈਗੀ ਮਾਇਆ ਦੀ, ਪਦਾਰਥਾਂ ਦੀ, ਘਰ ਗ੍ਰਸਤੀ ਦੀ,
ਪਰਿਵਾਰ ਦੀ, ਬੱਚਿਆਂ ਦੀ, ਘਰਵਾਲੀ ਦੀ, ਮਾਂ ਪਿਓ ਦੀ, ਹੋਰ ਜਿਹੜੇ ਹੈਗੇ ਸਾਕ ਸੰਬੰਧੀਆਂ ਦੀ, ਹੋਰ ਕੰਮ ਦੀ। ਆ ਹੈਗੀ ਭਾਈ ਪਕੜ, ਆ ਹੈਗਾ ਆਪ ਗਵਾਏ ਤਾਂ ਹਰ ਪਾਏ। ਕੰਡੀਸ਼ਨ ਹੈਗੀ ਭਾਈ, ਹਰ ਸਿਉ ਸਹਿਜ ਸਮਾਵਣਿਆ, ਤਾਂ ਜਿਹੜਾ ਹੈਗਾ ਸਹਿਜ ਸਮਾਧੀ ਲੱਗ ਜਾਏਗੀ ਭਾਈ। ਸਹਿਜ ਸਮਾਵਣਿਆ ਕੀ ਹੈ? ਸਹਿਜ ਸਮਾਧੀ, ਜਿਹਦੇ ਵਾਸਤੇ ਆਪਾਂ ਟਰਾਈ ਕਰ ਰਹੇ ਹਾਂ ਪਰਮਾਤਮਾ ਦੇ ਨਾਲ ਸਹਿਜ ਸਮਾਧੀ ਲਾਉਣੀ। ਰਹਾਓ, ਇਹ ਰਹਾਓ ਦੀ ਪੰਕਤੀ ਹੈ ਜੀ। ਇੱਕ ਸੈਕਿੰਡ ਜੀ, ਮਾਫ ਕਰਨਾ। ਵਾਹਿਗੁਰੂ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਖਾਈ। ਹਰ ਅਗਮ ਅਗੋਚਰ ਅਨਾਥ ਅਜੋਨੀ, ਸਤਿਗੁਰ ਕੇ ਪਾਏ ਪਾਵਣਿਆ। ਕਹਿੰਦੇ ਇਸਨੇ ਮਿਲਣਾ ਹੈ ਮਾਲਕ ਪਰਮਾਤਮਾ ਨੇ। ਜੋ ਸਿੱਖਿਆ ਦੇ ਰਹੇ ਸਤਿਗੁਰੂ, ਉਸ ਸਿੱਖਿਆ ਦੇ ਅਨੁਸਾਰ ਜਿਹੜਾ ਹੈਗੇ ਆਪਾਂ ਜੇ ਕਾਰਵਾਈ ਕਰਾਂਗੇ, ਪਰਮਾਤਮਾ ਨੂੰ ਚੇਤਾਂਗੇ, ਤਾਂ ਜਿਹੜਾ ਹੈਗਾ ਇਹ ਬੂੰਦ ਸਾਗਰ ਦੇ ਵਿੱਚ ਜਾ ਸਕਦੀ ਹੈ, ਯਾਤਰਾ ਆਪਣੀ ਸਫਲ ਹੋ ਸਕਦੀ ਹੈ। ਹਉ ਵਾਰੀ ਜਿਛੋ ਵਾਰੀ ਆਪ ਨਿਵਾਰਣਿਆ, ਇਸ ਤਰੀਕੇ ਦੇ ਨਾਲ ਆਪ ਜਾਂਦਾ ਹੈ, ਹਉਮੈ ਜਾਂਦੀ ਹੈ, ਔਰ ਸਰੀਰ ਦੀ ਪਕੜ ਤੋਂ ਆਜ਼ਾਦ ਹੁੰਦੇ ਆ। ਮਹਾਰਾਜ ਕਹਿੰਦੇ ਮੈਂ ਤਾਂ ਬਲਿਹਾਰ ਹਾਂ, ਮੈਂ ਬਲਿਹਾਰ ਹਾਂ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ। ਉਸ ਦੇ ਉੱਤੋਂ ਜਿਹੜਾ ਇਸ ਤਰੀਕੇ ਦੇ ਨਾਲ ਯਾਤਰਾ ਕਰਦਾ ਹੈ, ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ। ਕਹਿੰਦੇ ਆਪਣੇ ਆਪ ਨੂੰ ਗਵਾਊਗਾ ਤਾਂ ਮਾਲਕ ਪਰਮਾਤਮਾ ਨੂੰ ਪਾ ਸਕਦਾ ਹੈ ਭਾਈ, ਔਰ ਸਹਿਜ ਦੇ ਵਿੱਚ ਸਮਾ ਸਕਦਾ ਹੈ। ਸਹਿਜ ਅਵਸਥਾ ਜਿਹੜੀ ਹੈਗੀ ਆ, ਇਹ ਵਿਚਾਰ ਮਾਇਆ ਇਸ ਤੋਂ ਆਜ਼ਾਦ। ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ, ਸਹਿਜ ਸਮਾਧੀ ਵਿੱਚ ਚਲੇ ਜਾਏਗਾ ਉਹ। ਰਹਾਓ, ਪੂਰਬ ਲਿਖਿਆ ਸੋ ਕਰਮ ਕਮਾਇਆ, ਪੂਰਬ ਲਿਖਿਆ ਸੋ ਕਰਮ ਕਮਾਇਆ। ਕਹਿੰਦੇ ਜੋ ਹੁਣ ਲਿਖਤ ਹੈਗੀ ਆਪਣੀ, ਇਹ ਖੇਡ ਹੈਗੀ, ਇਹ ਮਾਲਕ ਪਰਮਾਤਮਾ ਦੀ ਐਸੀ ਖੇਡ ਆ ਬਈ ਜੋ ਕਰੀ ਜਾਵਾਂਗੇ ਆਪਾਂ, ਜੋ ਵੀ ਕਰੀ ਜਾਵਾਂਗੇ, ਜਿਹੇ ਜਿਹੇ ਕਾਰਨਸ਼ੀਲ ਬਣਾਈ ਜਾਵਾਂਗੇ, ਜੋ ਵੀ ਇੱਛਾਵਾਂ ਆਪਾਂ ਲਈ ਜਾਵਾਂਗੇ, ਰੱਖੀ ਜਾਵਾਂਗੇ, ਉਹੇ ਜਿਹੇ ਆਪਾਂ ਨੂੰ ਜਿਹੜੇ ਹੈਗੇ ਆ, ਉਹੇ ਜਿਹਾ ਕਾਰਨਸ਼ੀਲ ਹੋ ਜਾਏਗਾ। ਉਹੇ ਜਿਹਾ ਕਾਰਨਸ਼ੀਲ ਕੀ ਆਪਣਾ ਨੇਚਰ ਬਣ ਜਾਏਗਾ ਉਹੇ ਜਿਹਾ, ਔਰ ਜਿਹੇ ਜਿਹਾ ਨੇਚਰ ਬਣ ਜਾਏਗਾ ਉਹੇ ਜਿਹੇ ਕਰਮ ਕਮਾਵਾਂਗੇ ਧਰਤੀ ਦੇ ਉੱਤੇ ਆ ਕੇ। ਔਰ ਫਿਰ ਉਹਦੇ ਨਾਲ ਕੀ ਹੋਗਾ? ਉਹਦੇ ਨਾਲ ਆਪਾਂ ਜਿਹੜੇ ਹੈਗੇ ਵੱਧ ਤੋਂ ਵੱਧ ਜਿਹੜੇ ਹੈਗੇ ਇਹ ਮਾਇਆ ਪ੍ਰਕਿਰਤੀ ਦੀ ਪਕੜ ਦੇ ਵਿੱਚ ਆ ਜਾਵਾਂਗੇ ਤੇ ਦੁਖੀ ਹੋਵਾਂਗੇ। ਇਹ ਚੋਂ ਦੁੱਖ ਨਿਕਲਣਾ ਹੈਗਾ। ਦੁਖੀ ਹੋਵਾਂਗੇ ਤੇ ਫਿਰ ਦੁਖੀ ਹੋ ਕੇ ਫਿਰ ਜਿਹੜਾ ਹੈਗਾ ਫਿਰ ਆਪਾਂ ਸ਼ਿਫਟ ਹੋਣ ਦੀ ਕੋਸ਼ਿਸ਼ ਕਰਾਂਗੇ। ਇਸ ਤਰੀਕੇ ਦੇ ਨਾਲ ਇਹ ਜਿਹੜੀ ਹੈਗੀ ਹੈ ਇਹ ਲੂਪ ਚੱਲਦਾ ਹੈ ਭਾਈ, ਇਹ ਕਰਮਾਂ ਦਾ ਲੂਪ ਇਸ ਤਰੀਕੇ ਦੇ ਨਾਲ ਚੱਲਦਾ ਹੈ। ਪੂਰਬ ਲਿਖਿਆ ਸੋ ਕਰਮ ਕਮਾਇਆ। ਕਹਿੰਦੇ ਪਿਛਲੇ ਸੰਸਕਾਰ ਜੋ ਕਾਰਨਸ਼ੀਲ ਲੈ ਕੇ ਆਇਆ ਹੈ ਉਹਨੇ ਪ੍ਰਭਾਵਿਤ ਕਰਨਾ ਹੈ, ਉਹਦੇ ਅਨੁਸਾਰ ਹੀ ਤੂੰ ਚੱਲਣਾ ਹੈਗਾ। ਇਸ ਕਰਕੇ ਭਾਈ ਜੇ ਕਿਤੇ ਜਿਹੜਾ ਹੈਗਾ ਚੰਗੇ ਕਰਮ ਲੈ ਕੇ ਆਏ ਆ, ਜੇ ਕਿਤੇ ਤੂੰ ਜਿਹੜਾ ਹੈਗਾ ਪਹਿਲਾਂ ਜਿਹੜਾ ਹੈਗਾ ਇਸ ਰਸਤੇ ਤੇ ਤੁਰਿਆ ਸੀਗਾ ਤੇ ਉਹਨੇ ਹੁਣ ਤੈਨੂੰ ਜਿਹੜਾ ਹੈਗਾ ਫਾਇਦਾ ਹੋ ਜਾਣਾ ਉਹਦਾ। ਸਤਿਗੁਰ ਸੇਵ ਸਦਾ ਸੁਖ ਪਾਇਆ, ਗੁਰੂ ਦੀ ਸੇਵਾ ਹੁਣ ਵੀ ਕਰ ਦੇਗਾ, ਹੁਣ ਵੀ ਲੱਗ ਜਾਏਗਾ ਇਸ ਰਸਤੇ ਦੇ ਉੱਤੇ ਤੇ ਸੁਖੀ ਹੋ ਜਾਏਗਾ, ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ। ਬਿਨ ਭਾਗਾਂ ਗੁਰ ਪਾਈਏ ਨਾਹੀ, ਸ਼ਬਦੇ ਮੇਲ ਮਿਲਾਵਣਿਆ। ਕਹਿੰਦੇ ਬਗੈਰ ਭਾਗਾਂ ਤੋਂ ਗੁਰੂ ਨਹੀਂ ਮਿਲਦਾ ਭਾਈ, ਇਹ ਬ੍ਰਹਮ ਗਿਆਨ ਨਹੀਂ ਮਿਲਦਾ। ਬਿਨ ਭਾਗਾਂ ਗੁਰ ਪਾਈਏ ਨਾਹੀ, ਸ਼ਬਦੇ ਮੇਲ ਮਿਲਾਵਣੇ, ਸ਼ਬਦ ਦੇ ਨਾਲ ਹੀ ਮੇਲ ਹੋਣਾ ਹੈ ਭਾਈ। ਗੁਰੂ ਜਿਹੜਾ ਹੈਗਾ ਕੋਈ ਜਿਹੜੇ ਹੈਗੇ ਆ ਕੋਈ ਫਿਜ਼ੀਕਲ ਨਹੀਂ ਹੈਗੇ ਭਾਈ, ਉਹਨਾਂ ਦਾ ਸਰੀਰ ਗੁਰੂ ਨਹੀਂ ਹੁੰਦਾ, ਉਹਨਾਂ ਦੇ ਸ਼ਬਦ, ਉਹਨਾਂ ਦਾ ਗਿਆਨ ਉਹ ਗੁਰੂ ਹੁੰਦਾ ਹੈ।
ਬਿਨ ਭਾਗਾਂ ਗੁਰ ਪਾਈਏ ਨਾਹੀ, ਸ਼ਬਦੇ ਮੇਲ ਮਿਲਾਵਣਿਆ। ਭਾਗ ਕੀ ਹੈਗੇ? ਬਿਨ ਭਾਗਾਂ ਦਾ ਕੀ ਮਤਲਬ ਹੈਗਾ? ਬਈ ਤੇਰੀ ਡਿਮਾਂਡ ਨਹੀਂ ਹੈਗੀ, ਤੇਰੀ ਇੱਛਾ ਨਹੀਂ ਹੈਗੀ। ਜੇ ਇੱਛਾ ਹੁੰਦੀ ਤੇ ਤੇਰੇ ਭਾਗ ਬਣ ਜਾਣੇ ਸੀਗੇ। ਜੋ ਇੱਛਾ ਹੁੰਦੀ ਉਹੀ ਜਿਹੇ ਭਾਗ ਬਣ ਜਾਂਦੇ, ਭਾਵੇਂ ਅਭਾਗ, ਮੰਦੇ ਭਾਗ ਜਾਂ ਚੰਗੇ ਭਾਗ। ਜੋ ਡਿਮਾਂਡ ਹੈ, ਜੋ ਆਪਾਂ ਕਰਮ ਕਰ ਰਹੇ ਹਾਂ, ਉਹੇ ਜਿਹੇ ਭਾਗ ਹੈਗੇ ਆਪਣੇ। ਭਾਗ ਆਪਣੇ ਪਿਓਰਲੀ ਜਿਹੜੇ ਹੈਗੇ ਭਾਗ ਇਨਸਾਨ ਦੇ ਹੱਥ ਦੇ ਵਿੱਚ ਹੈਗੇ ਆ। ਹਾਂ, ਆਪਾਂ ਨੇ ਜੋ ਆਪਾਂ ਕਰ ਰਹੇ ਹਾਂ ਉਹੀ ਆਪਣੇ ਭਾਗ ਆ। ਭਾਗ ਮਤਲਬ ਆਪਾਂ ਨੇ ਜੋ ਕੀਤਾ ਹੈ ਉਹ ਆਪਣੀ ਜਿਹੜੀ ਹੈਗੀ ਪ੍ਰਾਲਬਧ ਹੈਗੀ ਆ। ਪੂਰਬ ਲਿਖਿਆ ਸੋ ਕਰਮ ਕਮਾਇਆ। ਮਾਲਕ ਨੇ ਤਾਂ ਖੇਡ ਬਣਾਈ ਹੋਈ ਆ ਭਾਈ। ਜੋ ਆਪਾਂ ਕਰ ਰਹੇ ਹਾਂ ਉਹੀ ਜੀ ਲਿਖਤ ਹੋਈ ਜਾ ਰਹੀ, ਉਹੀ ਜੇ ਆਪਾਂ ਬਣੀ ਜਾ ਰਹੇ ਹਾਂ, ਉਹੀ ਜਿਹਾ ਕਾਰਨਸ਼ੀਲ ਬਣ ਰਿਹਾ ਆ, ਉਹੀ ਜਿਹੇ ਆਪਣੇ ਸੰਸਕਾਰ ਬਣ ਰਹੇ। ਇਹੀ ਸੰਸਕਾਰ ਹੀ ਆਪਣੇ ਭਾਗ ਹੈਗੇ ਆ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਬਿਨ ਭਾਗਾਂ ਗੁਰ ਪਾਈਏ ਨਾਹੀ, ਸ਼ਬਦੇ ਮੇਲ ਮਿਲਾਵਣਿਆ। ਕੰਡੀਸ਼ਨ ਹੈ ਭਾਈ, ਮੇਲ ਹੋਏਗਾ ਤੇ ਸ਼ਬਦ ਦੇ ਨਾਲ, ਸ਼ਬਦ ਸੁਰਤ ਦੀ ਖੇਡ ਦੇ ਨਾਲ ਹੋਏਗਾ ਮੇਲ। ਸ਼ਬਦ ਗੁਰੂ ਸੁਰਤ ਤਿੰਨ ਚੇਲਾ, ਇਹਦੇ ਨਾਲ ਮੇਲ ਹੋਏਗਾ। ਗੁਰਮੁਖੇ ਅਲਿਪਤ ਰਹੇ ਸੰਸਾਰੇ। ਆ ਲਓ, ਜਿਨ੍ਹਾਂ ਨੂੰ ਸਿੱਖਿਆ ਮਿਲ ਗਈ, ਜਿਨ੍ਹਾਂ ਨੇ ਸਤਿਗੁਰ ਸਾਚੇ ਸਿੱਖ ਸੁਣਾਈ, ਜਿਨ੍ਹਾਂ ਨੇ ਉਹ ਸਿੱਖ ਲੈ ਲਈ, ਉਹ ਗੁਰਮੁਖ ਸਿਸਟਮ ਦੇ ਵਿੱਚ ਆ ਗਏ। ਅਲਿਪਤ ਰਹੇ ਸੰਸਾਰੇ। ਉਸ ਗੁਰੂ ਦੀ ਸਿੱਖਿਆ ਦੇ ਰਾਹੀਂ ਕੀ ਹੁੰਦਾ ਹੈ? ਉਹ ਸੰਸਾਰ ਦੇ ਵਿੱਚ ਅਲਿਪਤ ਰਹਿੰਦੇ ਆ। ਸਿੱਖਿਆ ਕਹਿੰਦੀ ਹੈ ਭਾਈ ਤੂੰ ਸਰੀਰ ਨਹੀਂ ਹੈਗਾ, ਇਹ ਤਾਂ ਮਾਲਕ ਪਰਮਾਤਮਾ ਨੇ ਜਿਹੜੀ ਹੈ, ਇਹੀ ਤਾਂ ਜਿਹੜਾ ਹੈਗਾ, ਇਹੀ ਤਾਂ ਬੰਧਨ ਪਾਇਆ ਹੋਇਆ ਹੈ ਤੈਨੂੰ, ਇਹੀ ਤਾਂ ਬੰਧਨ ਪਾਇਆ ਹੋਇਆ ਆ। ਮਾਇਆ ਦੇ ਨਾਲ ਜਿਹੜਾ ਹੈਗਾ ਖਿੱਚ ਜਿਹੜੀ ਹੈਗੀ, ਇਸ ਚੋਂ ਅਲਿਪਤ ਰਹਿਣਾ ਹੈ। ਤੇ ਉਹ ਧਿਆਨ ਸਿਮਰਨ ਦੇ ਦੁਆਰਾ ਫਿਰ ਜਿਹੜਾ ਹੈਗਾ ਅਲਿਪਤ ਹੋਣਾ ਸਿੱਖ ਲੈਂਦਾ ਹੈ। ਗੁਰਮੁਖੇ ਅਲਿਪਤ ਰਹੇ ਸੰਸਾਰੇ। ਸੰਸਾਰ ਦੇ ਵਿੱਚ, ਮਾਇਆ ਦੇ ਵਿੱਚ। ਗੁਰ ਕੈ ਤਕੀਏ ਨਾਮ ਆਧਾਰੇ। ਕਿਵੇਂ? ਗੁਰ ਕੈ ਤਕੀਏ, ਜੋ ਗੁਰੂ ਦੀ ਸਿੱਖਿਆ ਹੈਗੀ ਆ, ਆਇਆ ਗੁਰੂ ਦਾ ਤਕੀਆ, ਨਾਮ ਦਾ ਆਧਾਰ, ਧਿਆਨ ਸਿਮਰਨ, ਐਸ ਦੇ ਨਾਲ ਅਲਿਪਤ ਰਹਿੰਦੇ ਆ ਸੰਸਾਰ ਦੇ ਵਿੱਚ, ਜਿਹੜੇ ਗੁਰਮੁਖ ਸਿਸਟਮ ਦੇ ਵਿੱਚ ਆ ਜਾਂਦੇ ਆ। ਗੁਰਮੁਖੇ ਜੋਰ ਕਰੇ ਕਿਆ ਤਿਸਨੂੰ, ਆਪੇ ਖਪ ਦੁੱਖ ਪਾਵਣਿਆ। ਹੁਣ ਇੱਥੇ ਗੁਰਮੁਖੇ ਜੋਰ ਕਹਿਤਾ, ਜੇ ਇਹਨੂੰ ਇਸ ਤਰ੍ਹਾਂ ਗੁਰਮੁਖੇ ਜੋਰ ਕਹਿਤਾ ਤੇ ਫਿਰ ਗੱਲ ਬਣਨੀ ਨਹੀਂ ਹੈ। ਜਿਹੜੇ ਧਿਆਨ ਸਿਮਰਨ ਕਰ ਰਹੇ ਆ, ਗੁਰਮੁਖ ਸਿਸਟਮ ਦੇ ਵਿੱਚ ਹੈਗੇ, ਜਿਹੜੇ ਗੁਰਮੁਖ ਹੈਗੇ ਆ, ਜੋਰ ਕਰੇ ਕਿਆ ਤਿਸਨੂੰ, ਕੋਈ ਉਹਨਾਂ ਨੂੰ ਕੀ ਧੱਕਾ ਕਰ ਸਕਦਾ ਹੈ ਭਾਈ? ਕੋਈ ਉਹਨਾਂ ਨੂੰ ਕੀ ਧੱਕਾ ਕਰ ਸਕਦਾ ਹੈ? ਆਪੇ ਖਪ ਦੁੱਖ ਪਾਵਣਿਆ। ਆਪੇ ਖਪ ਕੇ ਦੁੱਖ ਪਾਉਣਗੇ ਭਾਈ, ਜਿਹੜੇ ਧਿਆਨ ਸਿਮਰਨ ਦੇ ਵਿੱਚ ਹੈਗੇ ਆ। ਔਰ ਜ਼ੋਰ ਕਰਨਾ ਕਿਨੇ? ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜੀ ਖੇਡ ਆ, ਮਾਇਆ ਪਰਮਾਤਮਾ ਦੀ ਖੇਡ ਪਾਈ ਹੋਈ ਆ, ਇਹਨਾਂ ਨੇ ਜ਼ੋਰ ਕਰਨਾ। ਹੋਰ ਜ਼ੋਰ ਕਿਨੇ ਕਰਨਾ ਹੈ? ਹੋਰ ਜ਼ੋਰ ਕਿਨੇ ਕਰਨਾ ਹੈ? ਬਾਹਰਲਾ ਜ਼ੋਰ ਤਾਂ ਜਿਹੜਾ ਹੈਗਾ ਬਹੁਤ ਘੱਟ ਆ ਭਾਈ। ਗੁਰਮੁਖੇ ਜੋਰ ਕਰੇ ਕਿਆ ਤਿਸਨੂੰ, ਆਪੇ ਖਪ ਦੁੱਖ ਪਾਵਣਿਆ। ਕਹਿੰਦੇ ਭਾਈ ਜੇ ਕੋਈ ਬਾਹਰਲਾ ਵੀ ਹੈਗਾ ਤੇ ਉਹ ਆਪੇ ਹੀ ਖਪੂਗਾ ਭਾਈ, ਖਪ ਕੇ ਦੁੱਖ ਪਾਏਗਾ। ਔਰ ਇਹ ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜੇ ਹੈਗੇ, ਇਹਨਾਂ ਦਾ ਜ਼ੋਰ ਵੀ ਨਹੀਂ ਹੁੰਦਾ, ਇਹਨਾਂ ਦਾ ਜ਼ੋਰ ਵੀ ਨਹੀਂ ਆਉਂਦਾ ਭਾਈ। ਉਹ ਸੱਚੀ ਸਿੱਖਿਆ ਜਿਹੜਾ ਗ੍ਰਹਿਣ ਕਰ ਲੈਂਦਾ ਹੈ, ਸੱਚੀ ਸਿੱਖਿਆ ਤੇ ਚੱਲਦਾ ਹੈ, ਇਹਨਾਂ ਦਾ ਵੀ ਜ਼ੋਰ ਨਹੀਂ ਹੁੰਦਾ। ਹੁਣ ਇਸ ਤੋਂ ਆਪੋਜ਼ਿਟ ਹੈਗਾ ਭਾਈ, ਨਹੀਂ ਸੱਚੀ ਸਿੱਖਿਆ ਲੈਣੀ। ਦੇਖੋ ਰਸਤੇ ਦੇ ਵਿੱਚ ਆਪਾਂ ਦੁਨੀਆ ਦੇ ਵਿੱਚ ਆਏ ਆ, ਬਾਹਰੋਂ ਹੀ ਮਿਲਣਾ ਹੈ ਸਾਰਾ ਕੁਝ ਆਪਾਂ ਨੂੰ ਬਾਹਰੋਂ ਮਿਲਣਾ। ਸਾਰੇ ਸੰਸਕਾਰ ਆਪਾਂ ਲੈ ਕੇ ਆਏ ਆ, ਬਾਹਰੋਂ ਹੀ ਆਪਾਂ ਨੂੰ ਗਿਆਨ ਲੱਭਣਾ ਹੈ ਭਾਈ। ਬਾਹਰ ਤ੍ਰਿਗੁਣੀ ਜਿਹੜੀ ਮਾਇਆ ਹੈਗੀ, ਇਹਦੇ ਵਿੱਚ ਫਿਜ਼ੀਕਲ ਜੋ ਹੈਗਾ, ਇੱਥੋਂ ਹੀ ਸਾਰਾ ਕੁਝ ਲੱਭਣਾ ਹੈ, ਆਪਾਂ ਨੇ ਲੈਣਾ ਹੈਗਾ ਗਿਆਨ, ਇੱਥੋਂ ਲੈਣਾ ਹੈਗਾ। ਅੰਦਰ ਧਿਆਨ ਕਰਨਾ ਹੈ ਆਪਾਂ ਨੇ, ਉਸ ਗਿਆਨ ਦੇ ਦੁਆਰਾ। ਮਨਮੁਖ ਅੰਧੇ ਸੁਧ ਨਾ ਕਾਏ। ਜਿਹੜੇ ਮਨ ਦੇ ਪਿੱਛੇ ਚੱਲ ਰਹੇ, ਕਹਿੰਦੇ ਫਿਰ ਉਹ ਤਾਂ ਹਨੇਰੇ ਦੇ ਵਿੱਚ ਹੈਗੇ ਭਾਈ, ਉਹਨਾਂ ਨੂੰ ਨਹੀਂ ਹੈ, ਸੁਧ ਨਹੀਂ ਹੈ, ਸੁਧ ਨਹੀਂ ਹੈ, ਉਹਨਾਂ ਨੂੰ ਬੇਸੁੱਧ ਹੈਗੇ ਵਿਚਾਰੇ। ਸੁੱਧ ਦਾ ਮਤਲਬ ਹੁੰਦਾ ਹੈ ਵੀ ਸੁਰਤ ਨਹੀਂ ਹੈ ਉਹਨਾਂ ਦੀ। ਮਨਮੁਖ ਅੰਧੇ ਸੁਧ ਨਾ ਕਾਈ, ਕਹਿੰਦੇ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਸੋਝੀ ਹੈ ਨੀ ਗੀ। ਆਤਮ ਘਾਤੀ ਹੈ ਜਗਤ ਕਸਾਈ, ਕਹਿੰਦੇ ਉਹ ਤਾਂ ਫਿਰ ਆਏ ਆ ਕੇ ਜਿਹੜਾ ਹੈਗਾ, ਉਹਨਾਂ ਨੇ ਤਾਂ ਆਪਣੀ ਆਤਮਾ ਨੂੰ ਮਾਰ ਦਿੱਤਾ ਨਾ। ਆਤਮਾ ਵੱਲ ਨੂੰ ਤਾਂ ਗਤੀ ਨਹੀਂ ਕੀਤੀ, ਆਤਮਾ ਦਾ ਤਾਂ ਭੋਜਨ ਦਿੱਤਾ ਹੀ ਨਹੀਂ ਉਹਨਾਂ ਨੂੰ, ਆਤਮਾ ਦੀ ਤਾਂ ਸੁਣੀ ਨਹੀਂ ਉਹਨਾਂ ਨੇ, ਆਤਮ ਗਿਆਨ ਤਾਂ ਲਿਆ ਹੀ ਨਹੀਂ ਉਹਨਾਂ ਨੇ।
ਕਸਾਈ ਹੈ। ਫਿਰ ਆਪਣੇ ਆਪ ਨੂੰ ਆਪਣਾ ਸਰੀਰ ਮਿਲਿਆ ਮਨੁੱਖੀ ਜੀਵਨ, ਉਹਨੂੰ ਖਤਮ ਕਰ ਦਿੱਤਾ ਉਹਨਾਂ ਨੇ, ਆਪਣੀ ਹੱਤਿਆ ਕਰ ਦਿੱਤੀ ਉਹਨਾਂ ਨੇ। ਮਨੁੱਖੀ ਜੀਵਨ ਮਿਲੀ ਸੀ, ਉਹਨੂੰ ਨਹੀਂ ਯੂਜ਼ ਕੀਤਾ, ਮਾਰ ਲਿਆ ਉਹਨੂੰ, ਖਤਮ ਕਰ ਦਿੱਤਾ ਉਹਨੂੰ। ਮਨਮੁਖੇ ਅੰਧ ਹੈ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਪਾਰ ਪਹੁੰਚਾਵਣਿਆ। ਫਿਰ ਜਿਹੜਾ ਹੈਗਾ, ਜਿਹਨੂੰ ਨਹੀਂ ਹੈਗੀ ਮਹਾਤਮਾ ਵੱਲ ਨੂੰ ਧਿਆਨ, ਜਿਹੜੇ ਨਹੀਂ ਗਿਆਨ ਹੈਗਾ, ਜਿਹੜੀ ਸਿੱਖਿਆ ਨਹੀਂ ਲਈ ਜਿਨ੍ਹਾਂ ਨੇ ਸਤਿਗੁਰੂ ਦੀ, ਕਹਿੰਦੇ ਉਹ ਕੀ ਕਰਦੇ ਆ ਫਿਰ? ਕਹਿੰਦੇ ਨਿੰਦਾ ਕਰਦੇ ਆ। ਨਿੰਦਾ ਕਰ ਕਰਕੇ ਬਹੁਤ ਭਾਰ ਉਠਾਵੇ, ਕਹਿੰਦੇ ਬਹੁਤ ਭਾਰ ਉਠਾਉਂਦੇ ਆ ਨਿੰਦਾ ਕਰ ਕਰਕੇ ਭਾਈ। ਨਿੰਦਾ ਕਰ ਕਰ ਬਹੁਤ ਭਾਰ ਉਠਾਵੇ, ਬਿਨ ਮਜੂਰੀ ਪਾਰ ਪਹੁੰਚਾਵਣਿਆ। ਆਪਾਂ ਕਿਸੇ ਦੀ ਨਿੰਦਾ ਕਰ ਰਹੇ ਹਾਂ, ਨਿੰਦਾ ਕਿਉਂ ਕਰ ਰਹੇ ਹਾਂ? ਨਿੰਦਾ ਕੀ ਹੈਗੀ ਆ? ਨਿੰਦਾ ਹੈਗੀ ਉਹਦੇ ਅਵਗੁਣ ਆਪਾਂ ਨੂੰ ਦਿਖ ਰਹੇ ਆ, ਤਾਂ ਆਪਾਂ ਉਹਦੀ ਨਿੰਦਾ ਕਰ ਰਹੇ ਹਾਂ। ਉਹਦੇ ਅਵਗੁਣ ਦਿਖ ਰਹੇ, ਜਾਂ ਨਹੀਂ ਚੰਗਾ ਲੱਗਦਾ ਬੰਦਾ, ਨਿੰਦਾ ਕਰ ਰਹੇ। ਕਹਿੰਦੇ ਇਹਦੇ ਨਾਲ ਕੀ ਆ ਕਿ ਤੂੰ ਉਹਦੇ ਅਵਗੁਣ ਆਪਣੇ ਨਾਲ ਚੰਬੇੜ ਲੈ। ਨਹੀਂ ਚੰਗਾ ਲੱਗ ਰਿਹਾ, ਇਹਦਾ ਮਤਲਬ ਉਹਦੀ ਨੈਗੇਟਿਵਿਟੀ ਤੇਰੇ ਅੰਦਰ ਹੈ। ਕਿਉਂ ਨਹੀਂ ਚੰਗਾ ਲੱਗ ਰਿਹਾ ਉਹ ਬੰਦਾ? ਕਿਉਂਕਿ ਉਹਦੀ ਨੈਗੇਟਿਵਿਟੀ ਆਈ ਹੋਈ ਹੈ ਤੇਰੇ ਅੰਦਰ, ਇਸ ਕਰਕੇ ਉਹ ਚੰਗਾ ਨਹੀਂ ਲੱਗ ਰਿਹਾ। ਇਹਦਾ ਮਤਲਬ ਤੂੰ ਨੈਗੇਟਿਵਿਟੀ ਲੈ ਲਈ ਉਹਦੀ। ਹੁਣ ਇਹ ਕਦ ਤੱਕ ਲੈ ਕੇ ਜਾਏਗਾ, ਕਿੱਥੇ ਤਾਈਂ ਲੈ ਕੇ ਜਾਏਗਾ ਇਹ ਭਾਰ ਨੂੰ? ਇਹ ਤੈਨੂੰ ਪਤਾ ਹੈ ਭਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਕਹਿੰਦੇ ਬਗੈਰ ਮਜ਼ਦੂਰੀ ਦੇ ਹੀ ਭਾਰ ਚੁੱਕ ਲਿਆ, ਪਤਾ ਨਹੀਂ ਕਿੱਥੇ ਤੱਕ ਪਹੁੰਚਾਏਗਾ ਜਾ ਕੇ, ਪਤਾ ਨਹੀਂ ਕਿੱਥੇ ਤੱਕ ਲੈ ਕੇ ਜਾਏਗਾ, ਕਿੰਨੀਆਂ ਕੁ ਜੂਨਾਂ 'ਚ ਲੈ ਕੇ ਜਾਏਗਾ। ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਓਏ ਹੋਏ ਹੋਏ, ਦੇਖ ਲੋ ਭਾਈ, ਆ ਨਿੰਦਾ ਹੈਗੀ ਭਾਈ। ਨਿੰਦਾ ਭਲੀ ਕਿਸੇ ਕੀ ਨਹੀਂ, ਮਨਮੁਖ ਮੁਗਧ ਕਰਨ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਇਹ ਵੀ ਦੇਖ ਲਓ ਉੱਪਰ ਮਨਮੁਖ ਦੀ ਗੱਲ ਕਰ ਰਹੇ। ਮਨਮੁਖੇ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ। ਕਹਿੰਦੇ ਖੇੜਿਆ ਪਿਆਰਿਆ, ਇਹ ਮਨਮੁਖ ਗੁਰਮੁਖ ਸਾਰਾ ਖੇਡ ਇਹ ਸਤਿਗੁਰੂ ਪਰਮਾਤਮਾ ਸਤਿਗੁਰੂ ਦੇ ਰੂਪ ਚ ਗਿਆਨ ਦਿੰਦਾ ਹੈ। ਫਿਰ ਉਹ ਗਿਆਨ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਨੂੰ ਆਉਂਦਾ ਹੈ, ਗੁਰੂਆਂ ਨੂੰ ਆ ਜਾਂਦਾ ਹੈ, ਉਹ ਗੁਰੂ ਹੋ ਜਾਂਦੇ ਆ। ਗਿਆਨ ਸਤਿਗੁਰੂ ਦਾ ਹੈਗਾ, ਹੈ ਇੱਕ ਮਿੱਕ ਸਾਰੇ। ਜੇ ਆਪਾਂ ਇਹਨਾਂ ਨੂੰ ਜੇ ਡਿਫਰੈਂਸ਼ੀਏਟ ਕਰਾਂਗੇ ਤੇ ਗੱਲ ਖਤਮ ਹੋ ਜਾਏਗੀ। ਫਿਰ ਇਹ ਲਿੰਕ ਹੈਗੀ ਮਾਲਕ ਪਰਮਾਤਮਾ ਦੀ। ਪਰਮਾਤਮਾ ਤੋਂ ਸਤਿਗੁਰੂ ਦੇ ਰੂਪ ਦੇ ਵਿੱਚ, ਗੁਰੂਆਂ ਦੇ ਰੂਪ ਦੇ ਵਿੱਚ ਗਿਆਨ ਆਉਣਾ ਹੈ। ਔਰ ਫਿਰ ਜਿਹੜਾ ਹੈਗੇ ਜਿਨ੍ਹਾਂ ਨੇ ਲੈਣਾ ਹੈਗਾ, ਇਹ ਇਸ ਤਰ੍ਹਾਂ ਜਿਹੜਾ ਹੈਗਾ ਇਹ ਖੇਡ ਚੱਲ ਰਹੀ ਹੈ ਮਾਲਕ ਪਰਮਾਤਮਾ ਦੀ, ਲਿਵ ਔਰ ਧਾਤ ਦੀ ਖੇਡ। ਉਹ ਜਿਹੜੇ ਹੈਗੇ, ਜਿਹੜੇ ਲੈ ਲੈਂਦੇ, ਜਿਹੜੇ ਯਾਤਰਾ ਕਰਦੇ, ਜਿਹੜੇ ਧਿਆਨ ਸਿਮਰਨ ਕਰਦੇ, ਉਹ ਵੀ ਜਿਹੜੇ ਹੈਗੇ ਫਿਰ ਗੁਰੂ ਹੋ ਜਾਂਦੇ ਆ। ਉਹ ਇਸ ਤਰ੍ਹਾਂ ਬੂੰਦ ਸਾਗਰ ਦੇ ਵਿੱਚ ਮਿਲ ਜਾਂਦੀ ਹੈ ਭਾਈ, ਇੱਕ ਮਿੱਕ ਮਾਲਕ ਪਰਮਾਤਮਾ ਦੇ ਵਿੱਚ ਉਸ ਨਦੀ ਸਾਗਰ ਦਾ ਰੂਪ ਲੈ ਲੈਂਦੀ ਹੈ। ਇਹੀ ਖੇਡ ਹੈ, ਖੇਡ ਚੱਲਦੀ ਹੈ, ਚੱਲਦੀ ਰਹੇਗੀ ਖੇਡ ਜਦ ਤੱਕ ਮਾਲਕ ਪਰਮਾਤਮਾ ਦੀ ਸ੍ਰਿਸ਼ਟੀ ਹੈਗੀ, ਦੁਨੀਆ ਹੈਗੀ। ਇਹ ਗਿਆਨ ਆ ਹੀ ਜਾਣਾ ਹੈ, ਗਿਆਨ ਆ ਹੀ ਜਾਣਾ ਹੈ, ਬ੍ਰਹਮ ਗਿਆਨੀ ਆ ਹੀ ਜਾਣੇ ਆ, ਇਹ ਰੁਕੇਗੀ ਥੋੜੀ ਨਾ। ਜੇ ਕਿਤੇ ਜਿਹੜਾ ਹੈਗਾ ਜਲਜਲਾ ਆ ਜਾਏ, ਸਮਝ ਲਓ ਜਿਹੜਾ ਹੈਗਾ ਕਹਿੰਦੇ ਨਾ ਬਈ ਸਾਰਾ ਜਿਹੜਾ ਹੈਗਾ ਸਮੇਟ ਲਈ ਮਾਲਕ ਨੇ ਸਾਰੀ ਚੀਜ਼, ਤੇ ਗਿਆਨ ਗਿਆ ਖਤਮ, ਫਿਰ ਕਿੱਥੋਂ ਆਏਗਾ ਦੁਬਾਰਾ? ਫਿਰ ਆ ਜਾਏਗਾ ਭਾਈ, ਮਾਲਕ ਪਰਮਾਤਮਾ ਦੀ ਖੇਡ ਆ। ਸਤਿਗੁਰ ਤਾਂ ਹੈਗਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇਰੇ ਸਮਾਏ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਇਹ ਹੁਕਮ ਹੈ ਮਾਲਕ ਪਰਮਾਤਮਾ ਦਾ, ਖੇਡ ਹੈਗੀ ਭਾਈ, ਉਸ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਉਹ ਮਾਲੀ ਹੈਗਾ ਇਸ ਖੇਡ ਦਾ, ਵਾੜੀ ਦਾ ਮਾਲੀ ਹੈਗਾ ਮਾਲਕ ਪਰਮਾਤਮਾ। ਇਸ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਹੀਂ ਖਾਲੀ। ਕਹਿੰਦੇ ਸੰਭਾਲ ਰਿਹਾ ਸਾਰਿਆਂ ਨੂੰ, ਕੋਈ ਖਾਲੀ ਨਹੀਂ ਹੈ, ਸਾਰਿਆਂ ਨੂੰ ਦੇਖ ਰਿਹਾ ਹੈ ਮਾਲਕ ਪਰਮਾਤਮਾ, ਸਾਰਿਆਂ ਨੂੰ ਦੇਖ ਰਿਹਾ ਹੈ। ਜਿਹੀ ਵਾਸਨਾ ਪਾਏ ਤੇਹੀ ਵਰਤੈ। ਹਾਂ ਕਹਿੰਦੇ ਜਿਹੇ ਜਿਹਾ ਕਾਰਨ ਸ਼ੀਰਿਆ
ਉਹ ਜਿਹਾ ਉਹਨੇ ਵਰਤਣਾ ਹੈ, ਜਿਹੇ ਜਿਹਾ ਅੰਦਰ ਵਾਸਨਾ ਹੈਗੀ। ਔਰ ਵਾਸਨਾ ਜਿਹੜੀ ਹੈਗੀ ਆ, ਜਿਹੇ ਜੀ ਖੁਸ਼ਬੂ ਹੈਗੀ ਆ ਫੁੱਲ ਦੇ ਵਿੱਚ, ਜਿਹੇ ਜੀ ਖੁਸ਼ਬੂ ਹੈਗੀ, ਵਾਸਨਾ ਕਹਿ ਲਓ ਜਾਂ ਦੁਰਗੰਧ ਕਹਿ ਲਓ ਜਾਂ ਸੁਗੰਧ ਕਹਿ ਲਓ। ਕਈ ਫੁੱਲ ਹੁੰਦੇ ਆ, ਗੁਲਾਬ ਦਾ ਫੁੱਲ ਹੈਗਾ, ਚਮੇਲੀ ਦਾ ਫੁੱਲ ਹੈਗਾ, ਕਮਲ ਦਾ ਫੁੱਲ ਹੈਗਾ, ਕਿੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਉਹਨਾਂ ਦੇ ਵਿੱਚੋਂ। ਕਈਆਂ ਦੇ ਵਿੱਚੋਂ ਬਦਬੂ ਵੀ ਆਉਂਦੀ ਹੈ ਭਾਈ, ਕਈਆਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜਿਹੀ ਵਾਸਨਾ ਪਾਏ ਤੇਹੀ ਵਰਤੈ। ਬਸ ਕਹਿੰਦੇ ਜੋ ਕੁਛ ਕਾਰਨ ਸੀ ਰਿਹਾ ਉਹਨੇ ਉਸੇ ਤਰੀਕੇ ਦੇ ਨਾਲ ਉਹਦੇ ਨਾਲ ਹੀ ਵਰਤਣਾ ਹੈ ਭਾਈ। ਉਹੀ ਉਹਦੀ ਉਪਲਬਧ ਹੈਗੀ, ਉਹੀ ਉਹਦੀ ਪ੍ਰਾਲਬਧ ਹੈਗੀ ਆ। ਜਿਹੀ ਵਾਸਨਾ ਪਾਏ, ਮਾਲਕ ਨੇ ਥੋੜੀ ਨਾ ਡਿਫਰੈਂਸ਼ੀਏਟ ਕੀਤਾ ਵੀ ਇਹਦੇ ਵਿੱਚ ਜਾਂ ਚੰਗੀ ਖੁਸ਼ਬੂ ਪਾਤੀ, ਜੀ ਚੰਗੇ ਗੁਣ ਦੇਤੇ, ਇਹਨੂੰ ਮੰਦੇ ਦੇ ਦਿੱਤੇ, ਐਵੇਂ ਜਿਹੜਾ ਹੈਗਾ ਹੈਪੇਜ਼ਡਲੀ ਕਰਤਾ ਬਈ। ਬਸ ਜਿਹੀ ਵਾਸਨਾ ਪਾਏ, ਜਿਹੀ ਜੀ ਡਿਮਾਂਡ ਸੀਗੀ ਉਹੀ ਜੀ ਵਾਸਨਾ ਆ ਗਈ, ਉਹੀ ਜਿਹਾ ਕਾਰਨਸ਼ੀਲ ਆ ਗਿਆ ਆਪਣਾ, ਉਹੇ ਜਿਹੇ ਅੰਦਰ ਜਿਹੜੇ ਗੁਣ ਅਵਗੁਣ, ਇਹੀ ਕੰਬੀਨੇਸ਼ਨ ਹੈ। ਇਸ ਤਰ੍ਹਾਂ ਹੀ ਇਨਸਾਨ ਡਿਫਰੈਂਸ਼ੀਏਟ ਹੁੰਦੇ ਆ। ਜਿਹੀ ਵਾਸਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਨਾ ਬਣਿਆ। ਇਸ ਤਰੀਕੇ ਦੇ ਨਾਲ ਉਹ ਇਨਸਾਨ ਦੇ ਅੰਦਰ ਜਿਹੜੀ ਹੈਗੀ ਆ ਖੁਸ਼ਬੂ ਜਿਹੜੀ ਹੈਗੀ ਆਉਂਦੀ ਆ ਪਾਏ, ਔਰ ਬਾਹਰ ਜਿਹੜੀ ਹੈਗੀ ਵਾਸ ਜਣਾਉਂਦਾ ਹੈ, ਬਾਹਰ ਜਿਹੜਾ ਹੈਗਾ ਦੁਨੀਆ ਦੇ ਵਿੱਚ ਵਿਚਰਦਾ ਹੈ। ਜੇ ਅੰਦਰ ਨੈਗੇਟਿਵਿਟੀ ਹੈਗੀ ਆ, ਅੰਦਰੋਂ ਬਦਬੂ ਆਏਗੀ। ਜੇ ਅੰਦਰ ਗੁਣ ਹੈਗੇ ਆ, ਅੰਦਰ ਖੁਸ਼ਬੂ ਆਏਗੀ। ਬਸ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਜੀਵ ਜਿਹੜੇ ਹੈਗੇ ਵਿਚਰਦੇ ਆ। ਮਨਮੁਖ ਰੋਗੀ ਹੈ ਸੰਸਾਰਾ, ਮਨਮੁਖ ਰੋਗੀ ਹੈ ਸੰਸਾਰਾ। ਇੱਥੇ ਮਨਮੁਖ ਸਿਸਟਮ ਨਹੀਂ ਦੱਸ ਰਹੇ, ਇਹ ਮਨਮੁਖ ਇੱਕ ਪਰਟੀਕੂਲਰ ਜਿਹੜਾ ਹੈਗਾ ਇੱਕ ਇਨਸਾਨ ਦੀ ਗੱਲ ਕਰ ਰਹੇ ਆ। ਕਿ ਸਾਰਾ ਸੰਸਾਰ ਜਿਹੜਾ ਹੈਗਾ ਕਹਿੰਦੇ ਮਨ ਦੇ ਪਿੱਛੇ ਚੱਲ ਰਿਹਾ ਹੈ। ਮਨ ਦੇ ਪਿੱਛੇ ਚੱਲਣਾ, ਇਹਨੂੰ ਜਿਹੜਾ ਹੈਗਾ ਪਸੰਦ ਕਰਦੇ ਆ। ਪਰ ਜਿਹੜਾ ਹੈਗਾ ਜੇ ਮਨਮੁਖ ਹੋਏਗਾ ਤੇ ਉਹ ਕਹਿੰਦੇ ਰੋਗੀ ਹੈਗਾ ਭਾਈ, ਉਹ ਤਾਂ ਕਾਮ ਕ੍ਰੋਧ ਦੋ ਮੋਹੰਕਾਰ ਦੇ ਨਾਲ ਰੋਗਗ੍ਰਸਤ ਹੈਗਾ। ਮਨਮੁਖ ਰੋਗੀ ਹੈ ਸੰਸਾਰਾ। ਕਿਉਂ ਰੋਗੀ ਹੈਗਾ? ਸੁਖ ਦਾਤਾ ਵਿਸਰਿਆ ਅਗਮ ਅਪਾਰਾ। ਕਿਉਂਕਿ ਇਸ ਕਰਕੇ ਭਾਈ ਉਹਨੂੰ ਮਨਮੁਖ ਹੈਗਾ। ਉਹ ਮਨ ਜੋ ਕਹਿੰਦਾ ਹੈ, ਉਹਦੀਆਂ ਡਿਮਾਂਡਸ ਹੈਗੀਆਂ, ਉਹਦੀ ਮਾਇਆ ਹੈਗੀ, ਉਹਦੇ ਰਸਕਸ ਹੈਗੇ, ਤੇ ਉਹਦੇ ਨਾਲ ਕਹਿੰਦੇ ਆ ਸੁੱਖਾਂ ਦਾ ਦਾਤਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਵਿਸਾਰ ਦਿੱਤਾ ਹੈ। ਮਨਮੁਖ ਰੋਗੀ ਹੈ ਸੰਸਾਰਾ, ਸੁਖ ਦਾਤਾ ਵਿਸਰਿਆ ਅਗਮ ਅਪਾਰਾ। ਉਹ ਅਗਮ ਅਪਾਰ ਜਿਹੜਾ ਮਾਲਕ ਪਰਮਾਤਮਾ ਹੈਗਾ ਉਹ ਨਹੀਂ ਗਮਿਆ ਜਾਂਦਾ। ਅਪਾਰ ਸ਼ਕਤੀ ਦਾ ਮਾਲਕ ਹੈਗਾ, ਉਹਦਾ ਪਾਰਾਵਾਰ ਨਹੀਂ ਹੈ ਮਾਲਕ ਪਰਮਾਤਮਾ ਦਾ। ਕਹਿੰਦੇ ਉਹ ਵਿਸਰ ਗਿਆ, ਸੁੱਖਾਂ ਦਾ ਦਾਤਾ ਹੈਗਾ ਉਹ, ਇਸ ਕਰਕੇ ਰੋਗੀ ਹੈਗਾ। ਫਿਰ ਕੀ ਹੁੰਦਾ ਹੈ? ਦੁਖੀਏ ਨਿਤ ਫਿਰੈ ਬਿਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਕਹਿੰਦੇ ਦੁਖੀ ਹੈਗੇ ਭਾਈ, ਨਿਤ ਜਿਹੜੇ ਹੈਗੇ ਬਿਲਕਦੇ ਫਿਰਦੇ ਆ, ਬਿਲਕਦੇ ਫਿਰਦੇ ਆ, ਦੁਖੀ ਫਿਰਦੇ, ਦੁੱਖ ਦੇ ਨਾਲ ਖਚਤ ਹੋ ਰਹੇ ਆ। ਔਰ ਬਗੈਰ ਗੁਰੂ ਤੋਂ ਜਿਹੜਾ ਸ਼ਾਂਤੀ ਨਹੀਂ ਆਉਂਦੀ ਭਾਈ, ਬਗੈਰ ਗੁਰੂ ਤੋਂ, ਬਗੈਰ ਗਿਆਨ ਤੋਂ ਸ਼ਾਂਤੀ ਨਹੀਂ ਆਉਂਦੀ। ਗੁਰੂ ਕੀ ਹੈਗਾ? ਗਿਆਨ। ਗੁਰੂ ਗਿਆਨ ਹੈਗਾ, ਜਿੱਥੋਂ ਮਰਜੀ ਆ ਜਾਏ ਗਿਆਨ, ਬ੍ਰਹਮ ਗਿਆਨ, ਉਹ ਗੁਰੂ ਹੈਗਾ। ਦੁਖੀਏ ਨਿਤ ਫਿਰੈ ਬਿਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਕਹਿੰਦੇ ਸ਼ਾਂਤੀ ਨਹੀਂ ਆਏਗੀ ਭਾਈ। ਜਿਹਨੇ ਕੀਤੇ ਸੋਈ ਬਿਦ ਜਾਣੇ। ਕਹਿੰਦੇ ਖੇਡ ਮਾਲਕਾ ਬੜੀ ਔਖੀ ਜੀ ਖੇਡ ਹੈਗੀ ਆ, ਪਰ ਤੂੰ ਜਿਹੜਾ ਹੈਗਾ ਕਹਿੰਦੇ ਜੋ ਜਾਣਦਾ ਹੈ, ਜਿਸਨੇ ਬਣਾਈ ਹੈ ਖੇਡ ਭਾਈ, ਉਹੀ ਜਾਣਦਾ ਹੈ ਵਿਧੀ ਭਾਈ। ਜਿਹਨੇ ਕੀਤੇ ਸੋਈ ਬਿਦ ਜਾਣੇ, ਉਹ ਸਾਰਾ ਕੁਝ ਜਾਣਦਾ ਹੈ ਭਾਈ। ਸਾਰੀ ਖੇਡ ਆ, ਆਪ ਚਲਾ ਰਿਹਾ ਖੇਡ ਨੂੰ, ਆਪ ਕਰੇ ਤਾਂ ਹੁਕਮ ਪਛਾਣੇ। ਕਹਿੰਦੇ ਮਾਲਕ ਪਰਮਾਤਮਾ ਦੀ ਖੇਡ ਆ ਭਾਈ। ਉਸਨੇ ਜਿਹੀ ਜੀ ਖੇਡ, ਜਿਹੇ ਜਿਹੇ ਕਰਮਾਂ ਦੀ ਕਰਮ ਭੂਮੀ ਬਣਾਈ ਹੋਈ ਆ, ਤੇ ਉਹਦੇ ਵਿੱਚ ਜਿਹੜਾ ਹੈਗਾ ਸਿਸਟਮ ਦੇ ਵਿੱਚ ਜੇ ਕੋਈ ਜਿਹੜਾ ਹੈਗਾ ਉਹਦੀ ਚੁਆਇਸ ਹੋ ਗਈ, ਡਿਮਾਂਡ ਹੋ ਗਈ ਉਹਦੀ ਜਿਹੜੀ ਹੈਗੀ ਆ ਇਸ ਰਸਤੇ ਤੇ ਨਿਕਲਣ ਦੀ, ਤੇ ਉਹ ਹੁਕਮ ਨੂੰ ਪਛਾਣ ਲਏਗਾ ਮਾਲਕ ਪਰਮਾਤਮਾ ਦੇ। ਆਪ ਕਰੇ ਤਾਂ ਹੁਕਮ ਪਛਾਣੇ। ਸਾਰੀ ਚੁਆਇਸ, ਸਾਰਾ ਕੁਝ ਕਰਨਾ ਇਨਸਾਨ ਨੇ ਆਪ ਕਰਨਾ ਹੈ ਭਾਈ। ਮਾਲਕ ਨੇ ਸਿਰਫ ਜਿਹੜਾ ਹੈਗਾ ਉਹਨੂੰ ਦੇਣਾ ਹੈ, ਦਾਤ ਦੇਣੀ ਹੈ ਮਾਲਕ ਨੇ। ਮਾਲਕ ਖੇਡ ਨੂੰ ਪੂਰੀ ਤਰ੍ਹਾਂ ਦੇਖ ਰਿਹਾ ਹੈ। ਜਿੱਧਰ ਨੂੰ ਚੁਆਇਸ ਹੈਗੀ, ਜਿਸੇ ਪਾਸੇ ਨੂੰ ਆਪਾਂ ਚੱਲਣਾ ਚਾਹੁੰਦੇ ਹਾਂ, ਜੋ ਕੁਛ ਆਪਾਂ ਲੈਣਾ ਚਾਹੁੰਦੇ ਹਾਂ, ਛੱਡਣਾ ਚਾਹੁੰਦੇ ਹਾਂ, ਆਪਣੀ ਚੁਆਇਸ ਹੈਗੀ। ਆਪ ਕਰੇ ਤਾਂ ਹੁਕਮ ਪਛਾਣੇ, ਜਿਹਾ ਅੰਦਰ ਪਾਏ ਤਿਹਾ ਵਰਤ ਹੈ।
ਹੁਣ ਇਹ ਮਾਲਕ ਥੋੜੀ ਨਾ ਅੰਦਰ ਪਾ ਰਿਹਾ ਆਪਣੇ, ਵੀ ਮਾਲਕ ਜਿਹੜਾ ਇਹਦੇ ਅਰਥ ਹੀ ਜਿੱਥੋਂ ਮਰਜ਼ੀ ਦੇਖ ਲਓ ਆਹੀ ਅਰਥ ਹੈ ਵੀ ਮਾਲਕ ਪਰਮਾਤਮਾ ਜਿਹੜਾ ਜੇ ਪਾ ਰਿਹਾ ਹੈ ਉਹ ਜਿਹਾ ਵਰਤ ਰਿਹਾ। ਫਿਰ ਤਾਂ ਕਾਹਦੀ ਖੇਡ ਹੋ ਗਈ ਭਾਈ, ਜੇ ਮਾਲਕ ਨਹੀਂ ਪਾਉਣਾ ਹੈ ਤੇ ਮਾਲਕ ਹੀ ਲਿਖਾ ਦਾ ਹੈ। ਫਿਰ ਜਿਹਾ ਅੰਦਰ ਪਾਏ, ਕਹਿੰਦੇ ਤੂੰ ਜਿਹੋ ਜਿਹਾ ਆਪਣੇ ਅੰਦਰ ਸੁੱਟ ਰਿਹਾ ਹੈ ਪਿਆਰਿਆ, ਉਹੀ ਜਿਹਾ ਬਣੀ ਜਾ ਰਿਹਾ ਹੈ, ਉਹੀ ਜਿਹਾ ਬਣੀ ਜਾ ਰਿਹਾ, ਉਹੀ ਜਿਹਾ ਵਰਤੇਗਾ। ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ। ਮਿਲਣਾ ਤੈਨੂੰ ਬਾਹਰੋਂ ਹੈ ਸਾਰਾ ਕੁਝ, ਜੋ ਕੀ ਛੱਡਣਾ ਹੈ ਕੀ ਲੈਣਾ ਹੈ ਤੇਰੀ ਚੁਆਇਸ ਹੈਗੀ ਭਾਈ, ਤੇਰੀ ਆਪਣੀ ਚੁਆਇਸ ਹੈਗੀ। ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ। ਜੇ ਛੱਡਣਾ ਹੈ ਬਾਹਰ ਛੱਡ, ਜੋ ਲੈਣਾ ਹੈ ਲੈ। ਇਹ ਗੁਣ ਅਵਗੁਣ ਸਾਰੇ ਦੁਨੀਆ ਦੇ ਵਿੱਚ ਪਏ ਹੋਏ ਆ। ਇਹ ਸਾਰਾ ਗਿਆਨ ਦੱਸ ਰਿਹਾ ਆਪਾਂ ਨੂੰ। ਜੇ ਆਪਾਂ ਨੇ ਅੰਦਰ ਸੁੱਟਾਂਗੇ, ਜਿਹੜੀ ਚੀਜ਼ ਚੱਕਾਂਗੇ ਉਸੇ ਦਾ ਅਸਰ ਹੋਣਾ ਹੈ ਭਾਈ। ਜੇ ਜ਼ਹਿਰ ਖਾਵਾਂਗੇ, ਜ਼ਹਿਰ ਖਾਵਾਂਗੇ ਮਰਾਂਗੇ ਆਪਾਂ। ਇਹ ਤਾਂ ਨਹੀਂ ਹੋ ਸਕਦਾ ਜ਼ਹਿਰ ਖਾ ਕੇ ਅਮਰ ਹੋ ਜਾਵਾਂਗੇ ਆਪਾਂ। ਜਿਹਨੇ ਕੀਤੇ, ਇਹ ਜਿਹੜਾ ਹੈਗਾ ਗਿਆਨ ਹੈਗਾ ਭਾਈ, ਇਹਦਾ ਸਾਡਾ ਕੋਈ ਦਾਵਾ ਨਹੀਂ ਹੈਗਾ। ਜਿਹਨੇ ਕੀਤੇ ਸੋਈ ਵਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ। ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ। ਕਹਿੰਦੇ ਮਾਲਕਾ, ਮੇਰੇ ਕੋਲ ਤਾਂ ਹੋਰ ਕੋਈ ਚੁਆਇਸ ਹੀ ਨਹੀਂ ਹੈਗੀ ਇਸ ਖੇਡ ਨੂੰ ਖੇਡਣ ਤੋਂ ਬਗੈਰ। ਇਹ ਖੇਡ ਨੂੰ ਖੇਡਣ ਤੋਂ ਬਗੈਰ ਤਾਂ ਮੇਰੇ ਕੋਲ ਕੋਈ ਚੁਆਇਸ ਹੀ ਨਹੀਂ ਹੈਗੀ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ। ਹੇ ਮਾਲਕਾ, ਇਹ ਤੇਰੀ ਖੇਡ ਤੋਂ ਬਗੈਰ ਮੇਰੇ ਕੋਲ ਕੋਈ ਚੁਆਇਸ ਨਹੀਂ। ਔਰ ਨਿਕਲਣ ਦੇ ਵਾਸਤੇ, ਤੇਰੇ ਵੱਲ ਨੂੰ ਹੋਣ ਦੇ ਵਾਸਤੇ, ਤੇਰੇ ਕੋਲੋਂ ਜਿਹੜੀ ਹੈਗੀ ਆ, ਤੇਰੇ ਕੋਲੋਂ ਹੈਲਪ ਮੰਗਣ ਦੇ ਵਾਸਤੇ ਜਿਹੜਾ ਹੈਗਾ ਹੋਰ ਕੋਈ ਚੁਆਇਸ ਨਹੀਂ ਹੈਗੀ ਮੇਰੇ ਕੋਲ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਇ ਲਏ ਸੋ ਨਿਰਮਲ ਹੋਈ। ਕਹਿੰਦੇ ਬਸ। ਔਰ ਇੱਕ ਹੋਰ ਚੀਜ਼ ਹੈ, ਦੇਖੋ ਸ਼ਬਦ ਚੱਲਿਆ ਸੀਗਾ ਆਪਾਂ ਨੂੰ, ਸਤਿਗੁਰ ਸਾਚੇ ਸਾਚੀ ਸਿੱਖ ਸੁਣਾਈ, ਇੱਥੋਂ ਸ਼ਬਦ ਚੱਲਿਆ ਸੀਗਾ। ਹੁਣ ਇੱਥੇ ਜਿਹੜਾ ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਕਹਿੰਦੇ ਉਹ ਸੱਚੀ ਸਿੱਖਿਆ ਤੋਂ ਬਗੈਰ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗਾ। ਗਿਆਨ ਜਿਹੜਾ ਨਾ, ਦੇਖੋ ਇੱਕਦਮ ਸੈਕਿੰਡ ਦੇ ਉੱਤੇ ਜਿਹੜਾ ਹੈਗਾ ਮਾਲਕ ਵੱਲੋਂ ਜਿਹੜਾ ਹੈਗਾ ਜੋ ਪ੍ਰੇਰਨਾ ਆਉਂਦੀ ਹੈ ਉਸ ਤਰੀਕੇ ਦੇ ਨਾਲ ਸ਼ਿਫਟ ਹੋ ਜਾਂਦਾ ਹੈ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਕਹਿੰਦੇ ਉਸ ਮਾਲਕ ਪਰਮਾਤਮਾ ਤੋਂ, ਉਹਦੀ ਸੱਚੀ ਸਿੱਖਿਆ ਤੋਂ, ਗੁਰੂ ਦੀ ਸੱਚੀ ਸਿੱਖਿਆ ਤੋਂ, ਜਿਹੜੀ ਸਾਚੀ ਸਿੱਖ ਜਿਹੜੀ ਹੈ, ਹੋਰ ਕੋਈ ਆਪਸ਼ਨ ਹੀ ਨਹੀਂ ਹੈਗਾ ਮੇਰੇ ਕੋਲ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਕਿਉਂਕਿ ਮਾਲਕ ਤਾਂ ਜਿਹੜਾ ਹੈਗਾ ਦਿਸ ਨਹੀਂ ਰਿਹਾ, ਉਹ ਅਦ੍ਰਿਸ਼ਟ ਹੈਗਾ ਮਾਲਕ ਪਰਮਾਤਮਾ। ਆਪਣੇ ਕੋਲ ਸਿਰਫ ਸਿੱਖਿਆ ਹੈਗੀ ਭਾਈ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਇ ਲਏ ਸੋ ਨਿਰਮਲ ਹੋਈ। ਬਸ ਜਿਹੜਾ ਵੀ ਲੱਗ ਗਿਆ ਉਹ ਸਿੱਖਿਆ ਦੇ ਨਾਲ, ਮਾਲਕ ਨੇ ਤਾਂ ਜਿਹੜੀ ਹੈ ਸਿੱਖਿਆ ਦਿੱਤੀ ਹੋਈ ਹੈ। ਜਿਸ ਲਾਇ ਲਏ, ਜਿਹੜਾ ਵੀ ਉਸ ਸਿੱਖਿਆ ਦੇ ਨਾਲ ਜਿਹਨੂੰ ਲਾ ਦਿੱਤਾ, ਲੱਗ ਗਿਆ, ਸੋ ਨਿਰਮਲ ਹੋਈ। ਸਤਿਗੁਰ ਸਾਚੀ ਸਿੱਖ ਸੁਣਾਈ, ਜਿਸ ਲਾਇ ਲਏ ਸੋ ਨਿਰਮਲ ਹੋਈ, ਉਹ ਨਿਰਮਲ ਹੋ ਜਾਏਗਾ ਭਾਈ। ਨਾਨਕ ਨਾਮ ਵਸੇ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਕਹਿੰਦੇ ਇਹ ਨਾਮ ਜਿਹੜਾ ਹੈ ਉਹਦੇ ਘਟ ਦੇ ਵਿੱਚ ਵਸ ਜਾਂਦਾ ਹੈ। ਉਹਦੇ ਅੰਦਰੋਂ ਜਿਹੜੀ ਹੈਗੀ ਆ ਮਾਇਆ ਦੀ ਖਿੱਚ ਜਿਹੜੀ ਹੈਗੀ, ਆਪਾ ਜਿਹੜਾ ਹੈਗਾ ਦੂਰ ਹੋ ਜਾਂਦਾ ਹੈ। ਪਰ ਇਹ ਦਾਤ ਜਿਹੜੀ ਹੈਗੀ ਮਾਲਕ ਪਰਮਾਤਮਾ ਦੀ ਹੈਗੀ ਆ, ਜਿਹਨੂੰ ਦਿੰਦਾ ਹੈਗਾ ਉਹੀ ਪਾਉਂਦਾ ਹੈਗਾ। ਔਰ ਮਾਲਕ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਸੌਟੀ ਤੇ ਪਰਖਦਾ ਹੈ ਭਾਈ, ਕਿਹੜਾ ਦਾਤ ਮੰਗ ਰਿਹਾ, ਜਿਹੜਾ ਮੰਗ ਰਿਹਾ ਹੈ ਉਹਨੂੰ ਦਿੰਦਾ ਹੈ। ਜਿਸ ਦੇਵੇ ਸੋ ਪਾਵਣਿਆ, ਦੇਣ ਵਾਲਾ ਮਾਲਕ ਹੈਗਾ, ਪਰ ਡਿਮਾਂਡ ਤੇ ਦਿੰਦਾ ਹੈ ਭਾਈ। ਉਹ ਪੂਰੀ ਜਿਹੜਾ ਖਰੇ ਨੂੰ ਦਿੰਦਾ ਹੈ, ਜਿਹੜਾ ਦਾਤ ਮੰਗਦਾ ਹੈ, ਜਿਹੜਾ ਜਿਹਨੂੰ ਪਿਆਸ ਹੈਗੀ ਉਹਨੂੰ ਉਹਦੀ ਪਿਆਸ ਬੁਝਾਉਂਦਾ ਹੈ ਮਾਲਕ ਨੂੰ। ਮਾਲਕ ਜਿਹਨੂੰ ਮਾਇਆ ਦੀ ਪਿਆਸ ਹੈਗੀ ਉਹ ਮਾਇਆ ਦੇ ਵਿੱਚ ਜਿਹੜਾ ਹੈਗਾ ਉਹਨੂੰ ਮਾਇਆ ਦੀ ਦਾਤ ਦਿੰਦਾ ਹੈ ਮਾਲਕ ਪਰਮਾਤਮਾ। ਉਹਦੀ ਤਾਂ ਸਾਰੀ ਖੇਡ ਬਿਲਕੁਲ ਜਿਹੜੀ ਹੈਗੀ ਫੇਅਰ ਖੇਡ ਹੈਗੀ। ਮਾਝ ਮਹੱਲਾ ਤੀਜਾ, ਅੰਮ੍ਰਿਤ ਨਾਮ। ਹਾਂਜੀ 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 ਹਾਂਜੀ। ਅੱਜ ਤੁਸੀਂ ਸਤਿਗੁਰੂ ਦੀ ਡੈਫੀਨੇਸ਼ਨ ਬਹੁਤ ਵਧੀਆ ਚੰਗੇ ਤਰੀਕੇ ਨਾਲ ਐਕਸਪਲੇਨ ਕੀਤੀ ਹੈ ਜੀ। ਹਾਂਜੀ ਹਾਂਜੀ। ਤੇ 79
ਕੀ ਹਾਂ ਨਾਨਕ ਸੰਤ ਸੰਤ ਹਰ ਏਕੋ ਹਾਂ ਜਪ ਹਰ ਹਰ ਨਾਮ ਸੁਹੰਦੇ। ਹੂੰ ਉਸ ਤੋਂ ਦਿਨ ਤੋਂ ਮੈਨੂੰ ਪੂਰਾ ਕਲੀਅਰ ਹੋ ਗਿਆ ਜੀ, ਕਿਉਂਕਿ ਮੈਨੂੰ ਕਾਫੀ ਇਹ ਡਿਫਿਕਲਟੀ ਆ ਰਹੀ ਸੀਗੀ ਨਾ। ਹਾਂਜੀ ਸਤਿਗੁਰੂ ਮੈਂ ਸੋਚਦਾ ਸੀ ਵੀ ਇਹ ਰਿਜ਼ਰਵਡ ਹੈਗਾ ਵਰਡ ਫॉर ਕਾਲਪੁਰਖ ਵਾਹਿਗੁਰੂ। ਹਾਂਜੀ ਹਾਂਜੀ ਕਲੀਅਰ ਹੋ ਗਿਆ। ਬਹੁਤ ਵਧੀਆ ਜੀ, ਬਹੁਤ ਵਧੀਆ। ਮਾਝ ਮਹਲਾ ਤੀਜਾ, ਅੰਮ੍ਰਿਤ ਨਾਮ ਮਨੇ ਵਸਾਏ, ਹਉਮੈ ਮੇਰਾ ਸਭ ਦੁੱਖ ਗਵਾਏ। ਦੇਖ ਲਓ, ਮਨ ਦੇ ਵਿੱਚ ਨਾਮ ਵਸ ਜਾਏ ਜਿਹਦੇ, ਅੰਮ੍ਰਿਤ ਨਾਮ ਜਿਹਦੇ ਵਾਸਤੇ ਆਪਾਂ ਆਏ ਆ। ਆਪਾਂ ਨੇ ਜਿਹੜਾ ਹੈਗਾ ਨਾਮ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੇ ਇਹ ਪ੍ਰਾਣ ਸ਼ਕਤੀ ਜਿਹੜੀ ਮਿਲੀ ਹੋਈ ਆ ਐਕਸਟਰਾ, ਇਹਨੂੰ ਨਾਮ ਦੇ ਵਾਸਤੇ ਯੂਜ਼ ਕਰਨਾ ਹੈ। ਆਪਣੇ ਜਿਹੜੇ ਹੈਗੇ ਆ ਇਹਨੂੰ ਆਪਣੇ ਜਿਹੜੇ ਹੈਗੇ ਆ ਇੰਟਰਟੇਨਮੈਂਟ ਜਿਹੜਾ ਹੈਗਾ, ਜੋ ਮਾਇਆ ਦੇ ਰਸ ਕਸ ਜਿਹੜੇ ਹੈਗੇ ਆ ਭੋਗ ਵਿਲਾਸ, ਇਹਨਾਂ ਦੇ ਵਿੱਚ ਪਾਈ ਸੰਕੋਚ ਕਰਨਾ ਹੈ। ਅੰਮ੍ਰਿਤ ਨਾਮ ਮਨੇ ਵਸਾਏ। ਅੰਮ੍ਰਿਤ ਨਾਮ ਮਨ ਦੇ ਵਿੱਚ ਵਸਾਉਣਾ ਕੀ ਹੈ ਬਈ, ਇਸ ਪਾਸੇ ਨੂੰ ਪਾਏ, ਮੇਰਾ ਤਾਂ ਆਹ ਕੰਮ ਹੈਗਾ। ਬਸ ਜਿਹਨੂੰ ਪਤਾ ਲੱਗ ਗਿਆ ਵੀ ਆਹ ਕੰਮ ਕਰਨ ਵਾਲਾ ਹੈ, ਉਹ ਉਸੇ ਪਾਸੇ ਜੁਟ ਜਾਂਦਾ ਹੈ। ਇਹ ਹੈਗਾ ਅੰਮ੍ਰਿਤ ਨਾਮ ਮਨ ਦੇ ਵਿੱਚ ਵਸਾਉਣਾ। ਅੰਮ੍ਰਿਤ ਨਾਮ ਮਨ ਵਸਾਏ, ਹਉਮੈ ਮੇਰਾ, ਕਿਉਂਕਿ ਅੰਮ੍ਰਿਤ ਨਾਮ ਹੈਗਾ, ਉਹਨੇ ਅਮਰ ਕਰ ਦੇਣਾ ਹੈ, ਉਹਨੇ ਸੰਸਾਰ ਦੀ ਖੇਡ ਚੋਂ ਬਾਹਰ ਕਰ ਦੇਣਾ ਹੈ ਆਪਾਂ ਨੂੰ। ਹਉਮੈ ਮੇਰਾ ਸਭ ਦੁੱਖ ਗਵਾਏ, ਫਿਰ ਉਹ ਹਉਮੈ ਨਹੀਂ ਕਰਦਾ ਪਾਏ, ਆਹ ਮੇਰੀ ਆਹ ਮੇਰਾ ਇਹ ਨਹੀਂ ਕਰਦਾ ਪਾਏ, ਇਹ ਸਾਰਾ ਦੁੱਖ ਹੈਗਾ ਇਹਨੂੰ ਗਵਾ ਦਿੰਦਾ ਹੈ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਪਿਆ ਪਾਵਣਿਆ। ਕਹਿੰਦੇ ਫਿਰ ਉਹ ਅੰਮ੍ਰਿਤ ਬਾਣੀ ਦੇ ਨਵਾਰਾ ਸਦਾ ਸਲਾਉਂਦਾ ਹੈ ਮਾਲਕ ਪਰਮਾਤਮਾ ਨੂੰ। ਉਹ ਅਨੰਤ ਸ਼ਬਦ ਉਹਦੇ ਅੰਦਰ ਚੱਲ ਪੈਂਦੇ ਆ। ਅੰਮ੍ਰਿਤ ਪਾਵਣਿਆ, ਇਸ ਅੰਮ੍ਰਿਤ ਬਾਣੀ ਦੇ ਨਾਲ, ਇਸ ਧਿਆਨ ਸਿਮਰਨ ਦੇ ਨਾਲ ਉਹ ਫਿਰ ਉਸ ਅੰਮ੍ਰਿਤ ਨੂੰ ਪਾ ਲੈਂਦਾ ਆ, ਜਿਹੜਾ ਅਮਰ ਹੋ ਜਾਂਦਾ ਹੈ। ਉਹ ਉਸ ਪਦਾਰਥ ਨੂੰ, ਨਾਮ ਪਦਾਰਥ ਨੂੰ ਪਾ ਲੈਂਦਾ ਹੈ। ਉਹ ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਪਾਵਣਿਆ। ਦੇਖੋ ਸਪੈਲਿੰਗ ਦੇਖੋ, ਇਹ ਅੰਮ੍ਰਿਤ ਵਰਡ ਬਹੁਤ ਆਏਗਾ ਇਸ ਸ਼ਬਦ ਦੇ ਵਿੱਚ, ਬਹੁਤ ਆਏਗਾ। ਕਮਾਲ ਦੀ ਪੋਇਟਰੀ ਹੈ ਜੀ, ਕਮਾਲ ਦੀ ਪੋਇਟਰੀ ਹੈਗੀ ਆ। ਹਉ ਵਾਰੀ ਜਿਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ। ਕਹਿੰਦੇ ਬਸ ਜਿਨ੍ਹਾਂ ਨੇ ਆ ਯਾਤਰਾ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਅੰਮ੍ਰਿਤ ਬਾਣੀ ਨੂੰ ਮਨ ਦੇ ਵਿੱਚ ਵਸਾ ਲਿਆ, ਜਿਨ੍ਹਾਂ ਨੇ ਬਸ ਇਸ ਅੰਮ੍ਰਿਤ ਦੇ ਵਾਸਤੇ ਜਿਹੜਾ ਹੈਗਾ, ਇਹਦੇ ਵਾਸਤੇ ਉਲਰ ਗਏ, ਜਿਹੜੇ ਮੈਂ ਤਾਂ ਵਾਰਨੇ ਜਾਣਾ ਹੈ, ਮੈਂ ਤਾਂ ਬਲਿਹਾਰ ਜਾਣਾ ਹੈ ਉਹਨਾਂ ਤੋਂ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ ਰਹਾਓ। ਕਹਿੰਦੇ ਉਹਨਾਂ ਨੇ ਅੰਮ੍ਰਿਤ ਬਾਣੀ ਨੂੰ ਮਨ ਦੇ ਵਿੱਚ ਵਸਾ ਲਿਆ ਤੇ ਅੰਮ੍ਰਿਤ ਨਾਮ ਦੇ ਵੱਲ ਧਿਆਨ ਲੱਗ ਗਿਆ ਉਹਨਾਂ ਦਾ। ਅੰਮ੍ਰਿਤ ਨਾਮ ਧਿਆਵਣਿਆ, ਧਿਆਨ ਸਿਮਰਨ, ਧਿਆਨ ਲੱਗ ਗਿਆ ਉਹਨਾਂ ਦਾ। ਸਮਾਧੀ ਸੁਨ ਸਮਾਧ ਹੋ ਗਏ। ਰਹਾਓ, ਅੰਮ੍ਰਿਤ ਬੋਲੇ ਸਦਾ ਮੁਖ ਵੈਣੀ। ਬਸ ਉਹਦੇ, ਹੁਣ ਜਿਹਦੇ ਅੰਦਰ ਜਿਹੜੀ ਚੀਜ਼ ਦੀ ਖਿੱਚ ਹੈਗੀ ਆ, ਹੁਣ ਦੇਖ ਲਓ ਉਹਨੇ ਉਹੀ ਗੱਲਾਂ ਕਰਨੀਆਂ ਹੈ। ਹੁਣ ਮਾਇਆਧਾਰੀ ਜਿਹੜਾ ਤਾਨਾ ਬੋਲਾ ਜਿਹੜਾ ਹੈਗਾ, ਉਹਦੇ ਨਾਲ ਬੈਠੋ, ਦੇਖੋ ਕੀ ਗੱਲਾਂ ਕਰਦਾ। ਉਹਨੇ ਸਾਰੀਆਂ ਉਹੀ ਗੱਲਾਂ ਕਰਨੀਆਂ ਇਸ ਤਰੀਕੇ ਦੇ ਨਾਲ। ਜਿਹਦੇ ਅੰਦਰ ਹੁਣ ਇਹ ਅੰਮ੍ਰਿਤ ਵਾਲੀ ਗੱਲ ਹੈਗੀ ਆ, ਜਿਹੜਾ ਅਮਰ ਹੋਣਾ ਚਾਹੁੰਦਾ ਹੈ, ਜਿਹੜਾ ਅੰਮ੍ਰਿਤ ਨਾਮ ਚਾਹੁੰਦਾ ਹੈ, ਨਾਮ ਪਦਾਰਥ ਚਾਹੁੰਦਾ ਹੈ, ਤੇ ਉਹਨੇ ਤਾਂ ਉਹਦੀ ਗੱਲ ਕਰਨੀ ਹੈ। ਉਹਨੇ ਹੋਰ ਥੋੜੀ ਨਾ ਗੱਲ ਕਰਨੀ ਹੈ। ਅੰਮ੍ਰਿਤ ਬੋਲੇ ਸਦਾ ਮੁਖੇ ਬੈਣੀ, ਵੈਣ ਕੇ ਤੇ ਬੋਲ। ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ। ਉਹਨੇ ਬਾਹਰ ਕੀ ਦੇਖਣਾ ਹੈ, ਪਰਖਣਾ ਕੀ ਹੈ, ਇਸੇ ਅੰਮ੍ਰਿਤ ਦੇ ਬਾਰੇ, ਇਸੇ ਦੀ ਉਹਨੇ ਗੁਣ ਗ੍ਰਹਿਣ ਕਰੀ ਜਾਣੇ ਆ। ਅੰਮ੍ਰਿਤ ਵੇਖਿਆ ਪਰਖੇ, ਉਹਨੇ ਕੀ ਪਰਖਣਾ, ਉਹਨੇ ਗੁਰੂ ਦੀ ਮੱਤ ਲਈ ਜਾਣੀ, ਸਿੱਖਿਆ ਪਰਖੀ ਜਾਣੀ ਹੈ, ਸਿੱਖਿਆ ਲਈ ਜਾਣੀ ਹੈ। ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤ ਇਸੇ ਪਾਸੇ ਲੱਗਿਆ ਜਾਂਦਾ ਹੈ। ਆਪ ਇਸੇ ਪਾਸੇ ਲੱਗਿਆ, ਦੂਜਿਆਂ ਨੂੰ ਵੀ ਇਹੀ ਗੱਲ, ਇਹੀ ਕਥਾ ਦੱਸਦਾ ਹੈ ਭਾਈ। ਅੰਮ੍ਰਿਤ ਕਥਾ ਕਹੇ ਦਿਨ ਰਾਤ ਖਿੱਚ ਪੈ ਗਈ ਆ। ਅਵਰਾਂ ਆਖ ਸੁਣਾਵਣਿਆ, ਦੂਜਿਆਂ ਨੂੰ ਵੀ ਭਾਈ ਦੱਸਦਾ ਹੈ। ਜਿਹੜੇ ਸੁਣਦੇ ਆ, ਜਿਹੜੇ ਲੈਂਦੇ ਆ, ਸੁਣਾ ਦਿੰਦਾ ਹੈ। ਅੰਮ੍ਰਿਤ ਰੰਗ ਰਤਾ ਲਿਵ ਲਾਏ। ਕਹਿੰਦੇ ਅੰਮ੍ਰਿਤ ਰੰਗ ਰਤਾ ਲਿਵ ਲਾਏ। ਇਸ ਅੰਮ੍ਰਿਤ ਦੇ ਵਿੱਚ, ਰੰਗ ਦੇ ਵਿੱਚ ਰੰਗਿਆ ਜਾਂਦਾ ਹੈ, ਉਹਦੀ ਲਿਵ ਲਾ ਲੈਂਦੇ ਆ, ਲਿਵ ਲੱਗ ਜਾਂਦੀ ਹੈ। ਫਿਰ ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਕਹਿੰਦੇ ਉਹ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੇ ਪ੍ਰਸਾਦ ਦੇ ਦੁਆਰਾ, ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ। ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨੇ ਅੰਮ੍ਰਿਤ ਪਿਆਵਣਿਆ। ਕਹਿੰਦੇ ਅੰਮ੍ਰਿਤ ਰਸਨਾ ਦੇ ਨਾਲ ਇਹ
ਪ੍ਰੇਮਾ ਭਗਤੀ ਜਿਹੜੀ ਹੈਗੀ ਆ ਇਹ ਅੰਮ੍ਰਿਤ ਜਿਹੜਾ ਹੈਗਾ ਜਿਹੜੀ ਨਾਮ ਇਹਨੂੰ ਬੋਲਦਾ ਹੈ ਜੀਭ ਦੇ ਨਾਲ, ਤੇ ਮਨ ਔਰ ਤਨ ਦੋਨਾਂ ਦੇ ਵਿੱਚ ਅੰਮ੍ਰਿਤ ਪੀ ਲੈਂਦਾ ਹੈ। ਮਨ ਦੇ ਵਿੱਚ ਵੀ ਤੇ ਤਨ ਦੇ ਵਿੱਚ ਵੀ, ਗਿਆਨ ਇੰਦਰੀਆਂ ਆਪਣੀਆਂ ਜਿਹੜੀਆਂ ਸਰੀਰ ਦੀਆਂ ਇੰਦਰੀਆਂ ਹੈਗੀਆਂ ਉਹ ਵੀ ਤੇ ਮਨ ਵੀ ਜਿਹੜਾ ਹੈਗੇ, ਦੋਨੋਂ ਦੇ ਦੋਨੋਂ ਅੰਮ੍ਰਿਤ ਦੇ ਨਾਲ ਸੰਸਾਰ ਹੋ ਜਾਂਦੇ ਆ। ਸੋ ਕਿਛ ਕਰੇ ਜੋ ਚਿੱਤ ਨਾ ਹੋਈ। ਕਹਿੰਦੇ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਉਹ ਕਰਤੇ ਨੇ, ਕਰਨਾ ਕਰਤੇ ਨੇ ਹੈਗਾ, ਉਹ ਤੇਰੇ ਚਿੱਤ 'ਚ ਵੀ ਨਹੀਂ ਹੁੰਦਾ ਹੋਣਾ। ਮਤਾ ਪਕਾਵੇ ਪਸ਼ਚਮ ਕੋ ਪੂਰਬ ਹੀ ਲੈ ਜਾਤ। ਉਹਨੇ ਕੀ ਕਰਨਾ ਹੈ ਉਹ ਆਪਾਂ ਨੂੰ ਕੋਈ ਪਤਾ ਨਹੀਂ ਹੈ। ਬਸ ਜੋ ਉਹਨੇ ਕਰਨਾ ਹੈ ਉਹਦੇ ਭਾਣੇ ਦੇ ਵਿੱਚ ਹੀ ਪਾਏ। ਆਪਾਂ ਜੇ ਨਹੀਂ ਵਿਚਲੀ ਹੁੰਦੇ, ਜਿਹੜੀ ਆਪਣਾ ਇਹ ਅੰਮ੍ਰਿਤ ਵਾਲੀ ਟਾਰਗੇਟ ਹੈ, ਅੰਮ੍ਰਿਤ ਵਾਲਾ ਜਿਹੜਾ ਹੈਗਾ ਇਹ ਕਾਰਵਾਈ ਜਿਹੜੀ ਹੈਗੀ ਇਹਨੂੰ ਚਲਾਈ ਜਾਣਾ ਹੈ ਭਾਈ। ਸੋ ਕਿਛ ਕਰੇ ਜੋ ਚਿੱਤੇ ਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੇ ਕੋਈ। ਕਹਿੰਦੇ ਉਹਦਾ ਹੁਕਮ ਕੋਈ ਮੇਟ ਨਹੀਂ ਸਕਦਾ, ਮਿਟਾ ਨਹੀਂ ਸਕਦਾ ਭਾਈ। ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ। ਕਹਿੰਦੇ ਅੰਮ੍ਰਿਤ ਬਾਣੀ ਜਿਹੜੀ ਹੈਗੀ ਉਸਦੇ ਹੁਕਮ ਦੇ ਵਿੱਚ ਹੀ ਵਰਤ ਰਹੀ ਆ। ਮਾਲਕ ਦੀ ਖੇਡ ਹੈਗੀ ਹੈ ਸਾਰੀ ਤੇ ਸਾਰੀ। ਇਹ ਸਤਿਗੁਰ, ਇਹ ਗੁਰੂ ਦੀ ਮੱਤ, ਇਹ ਸਾਚੀ ਸਿੱਖ, ਇਹ ਸਾਰਾ ਉਸਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਹੁਕਮ ਦੇ ਵਿੱਚ ਹੀ ਜਿਹੜਾ ਹੈਗਾ ਇਹ ਨਿਕਲਣ ਦਾ ਰਸਤਾ ਹੈਗਾ, ਅਮਰ ਹੋਣ ਦਾ ਰਸਤਾ ਹੈਗਾ। ਇਹ ਅੰਮ੍ਰਿਤ ਪੀਣ ਦਾ ਜਿਹੜਾ ਹੈਗਾ ਇਹ ਖੇਡ ਉਹਦੇ ਹੁਕਮ 'ਚ ਚੱਲ ਰਹੀ ਹੈ। ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆ ਬਣਿਆ। ਅਜਬ ਕੰਮ ਕਰਤੇ ਹਰ ਘੇਰੇ। ਮਾਲਕ ਦੇ ਕਹਿੰਦੇ ਆ ਬੜੇ ਹੈਰਾਨੀਜਨਕ ਵਾਲੇ ਕੰਮ ਹੈਗੇ ਆ। ਇਹ ਮਨ ਭੂਲਾ ਜਾਂਦਾ ਫੇਰੇ। ਕਮਾਲ ਕਰ ਦਿੰਦਾ ਹੈ ਮਾਲਕ ਪਰਮਾਤਮਾ। ਬੰਦਾ ਜਿਹੜਾ ਹੈਗਾ ਕਿੱਥੇ ਮਾਇਆ ਦੇ ਜਨਮਾਂ ਤੋਂ ਮਾਇਆ ਦਾ ਵਿੱਚ ਭੁੱਲਿਆ ਹੋਇਆ ਹੈ, ਔਰ ਜਿਹੜਾ ਹੈਗਾ ਕਿਤੇ ਉਹਦੇ ਅੰਦਰ ਜਿਹੜੀ ਠੋਕਰ ਲੱਗਦੀ ਆ, ਇੱਕ ਠੋਕਰ ਲੱਗੀ ਉਹ ਜਿਹੜਾ ਹੈਗਾ ਸ਼ਿਫਟ ਹੋ ਜਾਂਦਾ ਹੈ। ਇਹ ਮਨ ਭੂਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸਿਓ ਚਿੱਤ ਲਾਏ, ਅੰਮ੍ਰਿਤ ਸ਼ਬਦੇ ਵਜਾ ਬਣਿਆ। ਕਹਿੰਦੇ ਅੰਮ੍ਰਿਤ ਬਾਣੀ ਦੇ ਨਾਲ ਚਿੱਤ ਜਿਹੜਾ ਲਗਾ ਲੈਂਦਾ ਹੈ, ਉਹ ਫਿਰ ਉਹਦੇ ਅੰਦਰ ਜਿਹੜਾ ਹੈਗਾ ਉਹ ਸ਼ਬਦ ਜਿਹੜਾ ਹੈਗਾ ਵੱਜਣ ਲੱਗ ਪੈਂਦਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਇੱਥੋਂ ਯਾਤਰਾ ਸ਼ੁਰੂ ਹੁੰਦੀ ਹੈ ਭਾਈ। ਅੰਮ੍ਰਿਤ ਬਾਣੀ ਸਿਓ ਚਿੱਤ ਲਾਏ, ਅੰਮ੍ਰਿਤ ਸ਼ਬਦੇ ਵਜਾ ਬਣਿਆ। ਖੋਟੇ ਖਰੇ ਤੁਧ ਆਪ ਪਾਏ। ਕਹਿੰਦੇ ਖੋਟੇ ਔਰ ਖਰੇ ਜਿਹੜੇ ਹੈਗੇ ਮਾਲਕ ਦੇ ਵਾਸਤੇ ਕੋਈ ਖੋਟਾ ਕੋਈ ਖਰਾ, ਦੋਨੋਂ ਇੱਕ ਬਰੋਬਰ ਹੈਗੇ ਭਾਈ। ਉਹਦੇ ਵਿੱਚੋਂ ਹੀ ਛੱਡੀਆਂ ਹੋਈਆਂ, ਉਹਦੇ ਵਿੱਚੋਂ ਹੀ ਜਿਹੜੀਆਂ ਜੋਤਾਂ ਹੈਗੀਆਂ ਸਾਰੀਆਂ। ਖੋਟੇ ਖਰੇ ਤੁਧ ਆਪ ਪਾਏ, ਮਾਲਕ ਨੇ ਖੇਡ ਬਣਾਈ ਹੈ ਭਾਈ। ਤੁਧ ਆਪੇ ਪਰਖੇ ਲੋਕ ਸਭਾਇਆ। ਇਸ ਤਰ੍ਹਾਂ ਮਾਲਕ ਪਰਮਾਤਮਾ ਸਾਰਿਆਂ ਨੂੰ ਪਰਖਦਾ ਹੈ, ਔਰ ਜਿਹੜਾ ਹੈਗਾ ਇਹ ਵਿਸਾਤ ਦੇ ਵਿੱਚ ਜਿਹੜਾ ਗੋਟੀਆਂ ਨੂੰ ਸ਼ਿਫਟ ਕਰੀ ਜਾਂਦਾ ਹੈ। ਜਿਹੜੀਆਂ ਅੱਗੇ ਜਾਣਾ ਚਾਹੁੰਦੀਆਂ ਅੱਗੇ ਆਪਣੇ ਵੱਲ ਨੂੰ, ਜਿਹੜੀਆਂ ਪਿੱਛੇ ਜਾਣਾ ਚਾਹੁੰਦੀਆਂ ਉਹਨਾਂ ਨੂੰ ਪਿੱਛੇ ਮਾਇਆ ਦੇ ਵਿੱਚ। ਖੋਟੇ ਖਰੇ ਤੁਧ ਆਪ ਪਾਏ, ਤੁਧ ਆਪੇ ਪਰਖੇ ਲੋਕ ਸਭਾਏ। ਖਰੇ ਪਰਖ ਖਜ਼ਾਨੇ ਪਾਏ, ਖੋਟੇ ਭਰਮ ਭੁਲਾ ਬਣਿਆ। ਖਰਿਆਂ ਨੂੰ ਆਪਣੇ ਖਜ਼ਾਨੇ 'ਚ ਲੈ ਲੈਂਦਾ ਹੈ, ਉਹ ਬਨਾਸੀ ਹੋ ਜਾਂਦੇ ਆ, ਉਹ ਬੂੰਦ ਸਾਗਰ ਦੇ ਵਿੱਚ ਮਿਲ ਜਾਂਦੀ ਆ। ਬਾਕੀ ਜਿਹੜੇ ਹੈਗੇ ਭਾਈ ਖੋਟੇ ਜਿਹੜੇ ਹੈਗੇ ਫਿਰ ਹਾਲੇ ਭਰਮ ਦੇ ਵਿੱਚ, ਮਾਇਆ ਦੇ ਵਿੱਚ, ਟਰੈਪ ਦੇ ਵਿੱਚ, ਸੰਸਾਰ ਦੇ ਵਿੱਚ ਐਸੇ ਤਰੀਕੇ ਦੇ ਨਾਲ ਜੂਨਾਂ ਦੇ ਵਿੱਚ ਭੁੱਲੇ ਫਿਰਦੇ ਆ ਭਾਈ। ਹੁਣ ਇਹਦੇ 'ਚ ਮਾਲਕ ਦੀ ਥੋੜੀ ਨਾ ਕੋਈ ਇਹਦੇ ਵਿੱਚ ਜਿਹੜੀ ਹੈਗੀ ਉਹ ਦਖਲ ਅੰਦਾਜ਼ੀ ਹੋ ਰਹੀ ਹੈ। ਉਹ ਤਾਂ ਸਿਰਫ ਜਿਹੜਾ ਹੈਗਾ ਜੋ ਜਿਸ ਤਰ੍ਹਾਂ ਖੇਡ ਚਲਾ ਰਿਹਾ ਹੈ, ਉਹ ਵਿਸਾਤ ਜਿਹੜੀ ਜੋ ਜਿਸ ਤਰ੍ਹਾਂ ਗੋਟੀਆਂ ਚੱਲ ਰਹੀਆਂ, ਜੋ ਗੋਟੀਆਂ ਦੇ ਅੰਦਰ ਹੈਗਾ ਉਸ ਤਰ੍ਹਾਂ ਉਹਨਾਂ ਨੂੰ ਚੱਲ ਰਿਹਾ, ਜਿਹੜੇ ਪਾਸੇ ਨੂੰ ਚੱਲਣਾ ਚੱਲ ਰਹੀਆਂ, ਉਹ ਇੱਛਾ ਕਰ ਰਹੀਆਂ। ਮਾਲਕ ਤਾਂ ਦੇਖੋ ਪਿਓਰਲੀ ਜਿਹੜਾ ਹੈਗਾ ਡਿਮਾਂਡ ਦੇ ਉੱਤੇ ਸਪਲਾਈ ਕਰ ਰਿਹਾ ਹੈ ਮਾਲਕ ਪਰਮਾਤਮਾ। ਖੋਟੇ ਖਰੇ ਤੁਧ ਆਪ ਪਾਏ। ਮਾਲਕ ਨੇ ਖੇਡ ਬਣਾਈ ਹੈ ਦੋਨੋਂ, ਲਿਵ ਔਰ ਧਾਤ ਦੀ ਖੇਡ ਹੈ, ਖਰੇ ਖੋਟੇ ਦੀ ਖੇਡ ਹੈ, ਡੁਐਲਿਟੀ ਦੀ ਖੇਡ ਹੈਗੀ ਮਾਲਕ ਦੀ, ਦਿਨ ਰਾਤ ਦੀ ਖੇਡ ਹੈਗੀ ਮਾਲਕ ਦੀ, ਸੁਖ ਦੁੱਖ ਦੀ ਖੇਡ ਹੈਗੀ ਮਾਲਕ ਪਰਮਾਤਮਾ ਦੀ। ਖੋਟੇ ਖਰੇ ਤੁਧ ਆਪ ਪਾਏ, ਤੁਧ ਆਪੇ ਪਰਖੇ ਲੋਕ ਸਭਾਏ। ਸਾਰੇ ਦੇ ਸਾਰੇ ਲੋਕ, ਸਾਰੇ ਕੋਈ ਨਹੀਂ ਛੱਡਿਆ ਮਾਲਕ ਪਰਮਾਤਮਾ ਨੇ, ਕਸੌਟੀ ਤੇ ਸਾਰੇ ਹੈਗੇ। ਖਰੇ ਪਰਖ ਖਜ਼ਾਨੇ ਪਾਏ, ਖੋਟੇ ਭਰਮ ਭੁਲਾਵਣੇ। ਖਰਿਆਂ ਨੂੰ ਖਜ਼ਾਨੇ 'ਚ ਪਾ ਲੈਣਾ ਹੈ ਆਪਣੇ ਨੇੜੇ, ਆਪਣੇ ਮਹਿਲ ਦੇ ਵਿੱਚ। ਖੋਟੇ ਜਿਹੜੇ ਹੈਗੇ ਭਰਮਾਂ ਦੇ ਵਿੱਚ ਭੁੱਲੇ ਫਿਰਦੇ ਆ। ਕਿਉਂ ਕਰ ਵੇਖਾਂ ਕਿਉਂ ਸਲਾਹੀ। ਕਹਿੰਦੇ ਮਾਲਕਾ ਹੁਣ ਤੈਨੂੰ ਮੈਂ ਕਿਵੇਂ ਦੇਖਾਂ, ਕਿਸ ਤਰ੍ਹਾਂ ਮੈਂ ਤੈਨੂੰ ਸਲਾਹਾਂ।
ਕਿਸ ਤਰ੍ਹਾਂ ਮੈਂ ਤੇਰੀ ਭਗਤ ਕਰਾਂ, ਕਿਵੇਂ ਮੈਂ ਤੇਰੇ ਨੇੜੇ ਹੋਵਾਂ ਮਾਲਕਾ, ਮੈਨੂੰ ਤਾਂ ਆਹ ਚੀਜ਼ ਚਾਹੀਦੀ ਆ। ਕਿਉਂ ਘਰ ਵੇਖਾਂ ਕਿਉਂ ਸਲਾਹੀ, ਗੁਰ ਪ੍ਰਸਾਦੀ ਸ਼ਬਦੇ ਸਲਾਹੀ। ਤੈਨੂੰ ਗੁਰੂ ਦਿੱਤਾ ਹੈ, ਤੇਰੇ ਕੋਲ ਗਿਆਨ ਹੈਗਾ, ਸ਼ਬਦ ਹੈਗਾ, ਸਲਾਹ ਲਾ, ਧਿਆਨ ਸਿਮਰਨ ਕਰ, ਸ਼ਬਦ ਅਭਿਆਸ ਕਰ, ਅੰਦਰ ਵੜ ਆਪਣੇ। ਕਿਉਂ ਘਰ ਵੇਖਾਂ ਕਿਉਂ ਸਲਾਹੀ, ਗੁਰ ਪ੍ਰਸਾਦੀ ਸ਼ਬਦੇ ਸਲਾਹੀ। ਦੇਖ ਲਓ ਹੁਣ ਸ਼ਬਦ ਜਿਹੜਾ ਹੈਗਾ, ਇਹ ਸ਼ਬਦ ਕਿਹੜੀ ਸ਼ਬਦ ਦੀ ਗੱਲ ਕਰ ਰਹੇ? ਕਿਉਂ ਘਰ ਵੇਖਾਂ ਕਿਉਂ ਸਲਾਹੀ, ਗੁਰ ਪ੍ਰਸਾਦੀ ਸ਼ਬਦੇ ਸੁਣਾਏ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪਿਆਵਣਿਆ। ਕਹਿੰਦੇ ਬਸ ਜੋ ਤੂੰ ਖੇਡ ਬਣਾਈ ਹੋਈ ਆ, ਜਿਸ ਤਰ੍ਹਾਂ ਮਾਲਕ ਦੇ ਭਾਣੇ ਦੇ ਵਿੱਚ, ਕਹਿੰਦੇ ਤੇਰੇ ਭਾਣੇ ਦੇ ਵਿੱਚ ਜੋ ਕੁਝ ਵਰਤ ਰਿਹਾ ਹੈ, ਉਹਦੇ ਵਿੱਚ ਹੀ ਮੈਨੂੰ ਜਿਹੜਾ ਹੈਗਾ ਇਹ ਅੰਮ੍ਰਿਤ ਲੈਣਾ ਪਊਗਾ। ਤੇਰੇ ਭਾਣੇ ਦੇ ਵਿੱਚ ਹੀ ਅੰਮ੍ਰਿਤ ਹੈਗਾ ਭਾਈ, ਤੂੰ ਭਾਣੇ ਅੰਮ੍ਰਿਤ ਪਿਆਵਣਿਆ। ਔਰ ਜਿਹੜਾ ਤੇਰੇ ਭਾਣੇ ਦੇ ਵਿੱਚ ਚੱਲਦੇ ਆ, ਜਿਹੜੇ ਤੇਰੇ ਖੇਡ, ਜਿਸ ਤਰ੍ਹਾਂ ਤੂੰ ਜਿਹੜੀ ਹੈਗੀ ਆ ਮਾਲਕ ਪਰਮਾਤਮਾ ਨੇ ਵਿਸਾਤ ਵਿਛਾਈ ਹੋਈ ਆ, ਉਹਦੇ ਅਨੁਸਾਰ ਜਿਹੜੇ ਹੈਗੇ ਗੁਰੂ ਤੋਂ ਗਿਆਨ ਲੈ ਕੇ ਉਸ ਦੇ ਅਨੁਸਾਰ ਚੱਲਦੇ ਆ ਤੇ ਮਾਲਕ ਦੇ ਭਾਣੇ ਦੇ ਵਿੱਚ ਅੰਮ੍ਰਿਤ ਪੀ ਲੈਂਦੇ ਭਾਈ। ਇਹ ਮਾਲਕ ਦਾ ਭਾਣਾ ਹੈਗਾ, ਮਾਲਕ ਨੇ ਪੂਰੇ ਰੂਲਸ ਨਿਯਮ ਔਰ ਜਿਹੜੇ ਹੈਗੇ ਮਾਲਕ ਦਾ ਹੁਕਮ ਇਸ ਤਰ੍ਹਾਂ ਦਾ ਹੀ ਆ ਭਾਈ। ਅੰਮ੍ਰਿਤ ਸ਼ਬਦ, ਅੰਮ੍ਰਿਤ ਹਰ ਬਾਣੀ। ਕਹਿੰਦੇ ਅੰਮ੍ਰਿਤ ਸ਼ਬਦ ਆ ਭਾਈ, ਸ਼ਬਦ ਤੋਂ ਮਿਲਣਾ ਹੈ ਅੰਮ੍ਰਿਤ। ਅੰਮ੍ਰਿਤ ਹਰ ਬਾਣੀ, ਇਹ ਬਾਣੀ, ਇਹ ਬ੍ਰਹਮ ਬਾਣੀ, ਇਹ ਜਿਹੜੀ ਹੈਗੀ ਆ ਅੰਮ੍ਰਿਤ ਬਾਣੀ। ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਸ਼ਬਦ, ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੈ ਸਮਾਣੀ। ਕਹਿੰਦੇ ਆਇਆ ਸਤਿਗੁਰੂ ਦੀ ਸੇਵਾ, ਇਹਦੇ ਨਾਲ ਹਿਰਦੇ ਦੇ ਵਿੱਚ ਸਮਾ ਜਾਏਗੀ ਭਾਈ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੁੱਖ ਰਹਿ ਜਾਵਣਿਆ। ਕਹਿੰਦੇ ਅੰਮ੍ਰਿਤ ਨਾਮ ਜਿਹੜਾ ਹੈਗਾ ਭਾਈ, ਇਹ ਨਾਮ ਹਮੇਸ਼ਾ ਹੀ ਸੁੱਖਾਂ ਦਾ ਦਾਤਾ ਹੈਗਾ, ਜਿਹਦੇ ਵਾਸਤੇ ਜਿਹੜੇ ਹੈਗੇ ਅਭਿਆਸੀ, ਜਿਹੜੇ ਇਸ ਅੰਮ੍ਰਿਤ ਨਾਮ ਦੇ ਵਾਸਤੇ ਜਿਹੜੇ ਹੈਗੇ ਆ ਉਹ ਮਾਇਆ ਨੂੰ ਤਿਆਗ ਦਿੰਦੇ ਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਟਰੈਪ ਦੇ ਵਿੱਚ ਨਹੀਂ ਫਸਦੇ, ਧਿਆਨ ਸਿਮਰਨ ਦੇ ਵਿੱਚ ਜੁਟ ਜਾਂਦੇ ਆ। ਕਹਿੰਦੇ ਉਹ ਉਸ ਅੰਮ੍ਰਿਤ ਨੂੰ ਪੀ ਕੇ ਸਾਰੀ ਉਹਨਾਂ ਦੀ ਜਨਮਾਂ ਜਨਮਾਂ ਦੀ ਭੁੱਖ ਲੈ ਜਾਂਦੀ ਹੈ। ਮਾਝ ਮਹਲਾ ਤੀਜਾ। ਅੰਮ੍ਰਿਤ ਵਰਸੈ ਸਹਿਜ ਸੁਭਾਏ। ਕਹਿੰਦੇ ਅੰਮ੍ਰਿਤ ਤਾਂ ਹਰੇਕ ਜਗ੍ਹਾ ਤੇ ਸਹਿਜ ਸੁਭਾਏ ਵਰਸ ਰਿਹਾ ਹੈ ਭਾਈ। ਅੰਮ੍ਰਿਤ ਤਾਂ ਹਮ ਹਰ ਜਗ੍ਹਾ ਤੇ ਜਿੱਥੇ ਮਰਜੀ ਚਲੇ ਜਾਓ, ਅੰਮ੍ਰਿਤ ਉੱਥੇ ਹੀ ਵਰ ਰਿਹਾ ਹੈ ਭਾਈ। ਆਪਾਂ ਹੀ ਜਿਹੜੇ ਹੈਗੇ ਟਿਊਨ ਨਹੀਂ ਹੋ ਪਾ ਰਹੇ ਬਸ। ਜਿਸ ਤਰ੍ਹਾਂ ਦੇਖ ਲਓ ਕੋਈ ਰੇਡੀਓ ਹੈਗਾ, ਟੀਵੀ ਹੈਗਾ, ਉਹਦਾ ਸਿਗਨਲ ਜਿਹੜਾ ਹੈਗਾ ਜਿੱਥੇ ਜਿੱਥੇ ਹੈ ਹਰ ਜਗ੍ਹਾ ਤੇ ਹੈਗੇ ਭਾਈ ਸਿਗਨਲ। ਜਿੱਥੇ ਵੀ ਆਪਾਂ ਟਿਊਨ ਕਰ ਲਵਾਂਗੇ ਤੇ ਬਸ ਉਸੇ ਵੇਲੇ ਜਿਹੜਾ ਹੈਗਾ ਉਹ ਸਟੇਸ਼ਨ ਚੱਲ ਪੈਂਦਾ ਹੈ। ਇਹ ਅੰਮ੍ਰਿਤ ਦੇ ਸਟੇਸ਼ਨ ਨੂੰ ਆਪਾਂ ਨੇ ਟਿਊਨ ਕਰਨਾ ਹੈ। ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖਿ ਬਿਰਲਾ ਕੋਈ ਜਨ ਪਾਏ। ਗੁਰੂ ਦੇ ਰਾਹੀਂ ਟਿਊਨਿੰਗ ਹੋਣੀ ਹੈ ਭਾਈ। ਕੋਈ ਟਾਵਾਂ ਟਿਊਨ ਕਰ ਲੈਂਦਾ ਹੈ ਔਰ ਅੰਮ੍ਰਿਤ ਪਾ ਲੈਂਦਾ ਹੈ। ਜਿਹਨੇ ਪਾ ਲਿਆ, ਜਿਹਨੇ ਪੀ ਲਿਆ, ਫਿਰ ਉਹ ਪੂਰਾ ਰੱਜ ਗਿਆ ਜਨਮਾਂ ਜਨਮਾਂ ਦਾ ਭੁੱਖਾ। ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਅੰਮ੍ਰਿਤ ਪੀ ਕੇ ਹਮੇਸ਼ਾ ਵਾਸਤੇ ਤ੍ਰਿਪਤ ਹੋ ਜਾਂਦਾ ਹੈ ਔਰ ਉਹਦੀ ਤ੍ਰਿਸ਼ਨਾ ਜਿਹੜੀ ਹੈਗੀ ਬੁਝ ਜਾਂਦੀ ਆ। ਨਹੀਂ ਤਾਂ ਤ੍ਰਿਸ਼ਨਾ ਨਹੀਂ ਬੁਝਣੀ ਭਾਈ। ਇਹ ਮਾਇਆ ਦੀ ਖਿੱਚ ਜਿਹੜੀ ਹੈਗੀ ਪਈ ਹੋਈ, ਇਹਨੇ ਖਿੱਚੀ ਜਾਣਾ ਹੈ ਆਪਾਂ ਨੂੰ। ਇਹਨੇ ਡਿਮਾਂਡਾਂ ਆਪਣੇ ਅੰਦਰ ਜਿਹੜੀ ਹੈਗੀ ਆ, ਇਹਨੇ ਆਪਣੇ ਅੰਦਰ ਇੱਛਾਵਾਂ ਜਿਹੜੀਆਂ ਹੈਗੀਆਂ, ਮਨਸਾਵਾਂ ਜਿਹੜੀਆਂ ਹੈਗੀਆਂ, ਐਸੇ ਤਰੀਕੇ ਦੇ ਨਾਲ ਮਾਇਆ ਦੀਆਂ ਚੱਲੀ ਜਾਣੀਆਂ। ਅੰਮ੍ਰਿਤ ਵਰਸੈ ਸਹਿਜ ਸੁਭਾਏ, ਗੁਰਮੁਖਿ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਹਮੇਸ਼ਾ ਵਾਸਤੇ ਤ੍ਰਿਪਤ ਹੋ ਜਾਂਦਾ ਹੈ ਭਾਈ। ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਇਹ ਕਿਰਪਾ ਹੈ ਮਾਲਕ ਪਰਮਾਤਮਾ ਦੀ ਔਰ ਤ੍ਰਿਸ਼ਨਾ ਬੁਝ ਜਾਂਦੀ ਹੈ। ਹਾਂ ਵਾਰੀ ਜਿਉ ਵਾਰੀ, ਗੁਰਮੁਖੀ ਅੰਮ੍ਰਿਤ ਪਿਆਵਣਿਆ। ਕਹਿੰਦੇ ਮੈਂ ਤਾਂ ਵਾਰ ਨੇ ਆਪਣਾ ਜਿਉ ਕੁਰਬਾਨ ਕਰਦਾ ਐਸੇ ਅਭਿਆਸੀਆਂ ਤੋਂ, ਜਿਹੜੇ ਗੁਰੂ ਦੇ ਰਾਹੀਂ ਜਿਹੜੇ ਹੈਗੇ ਅੰਮ੍ਰਿਤ ਪੀਣ ਦਾ ਯਤਨ ਕਰਦੇ ਆ। ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੀ, ਸਹਜੇ ਹਰ ਗੁਣ ਗਾਵਣਿਆ। ਕਹਿੰਦੇ ਉਹਨਾਂ ਦੀ ਰਸਨਾ ਤਾਂ ਅੰਮ੍ਰਿਤ ਰਸ ਨੂੰ ਚੱਕ ਕੇ ਹਮੇਸ਼ਾ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੀ ਰਹਿੰਦੀ ਹੈ ਔਰ ਸਹਿਜ ਦੇ ਵਿੱਚ ਹੀ ਜਿਹੜੇ ਹੈਗੇ ਉਹ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਆ, ਧਿਆਨ ਸਿਮਰਨ ਕਰੀ ਜਾਂਦੇ ਆ। ਸਹਿਜੇ ਹਰ ਗੁਣ ਗਾਵਣਿਆ। ਗੁਰ ਪ੍ਰਸਾਦੀ
ਸਹਿਜ ਕੋ ਪਾਏ, ਕਹਿੰਦੇ ਆਇਆ ਗੁਰੂ ਦਾ ਪ੍ਰਸਾਦ ਪਾਏ। ਇਹ ਸਹਿਜ ਅਵਸਥਾ ਕਹਿੰਦੇ ਕੋਈ ਟਾਵਾਂ ਜਿਹੜਾ ਹੈਗਾ ਇਸ ਸਟੇਜ ਤੇ ਪਹੁੰਚਦਾ ਹੈ ਭਾਈ, ਜਿਹੜਾ ਮਾਇਆ ਦੀ ਪਕੜ ਨੂੰ, ਇਹ ਤ੍ਰਿਸ਼ਨਾ ਨੂੰ ਜਿਹੜਾ ਹੈਗਾ ਇਹਦੀ ਖਿੱਚ ਨੂੰ ਹਟਾ ਦਿੰਦਾ ਹੈ। ਗੁਰ ਪ੍ਰਸਾਦ ਦੀ ਸਹਿਜ ਕੋ ਪਾਏ। ਇਹ ਤ੍ਰਿਸ਼ਨਾ ਕੀ ਹੈ? ਮਾਇਆ ਦੀ ਪਕੜ ਕੀ ਹੈ? ਵਿਚਾਰ ਹੈਗੇ ਆਪਣੇ। ਗੁਰ ਪ੍ਰਸਾਦ ਦੀ ਸਹਿਜ ਕੋ ਪਾਏ, ਦੁਬਦਾ ਮਾਰੇ ਇੱਕ ਕਸਿਓ ਲਿਵ ਲਾਏ। ਉਹਨਾਂ ਦੀ ਦੁਬਦਾ ਮਰ ਜਾਂਦੀ ਹੈ ਭਾਈ। ਆਕਾਰ ਸਰੀਰ ਦੀ ਖਿੱਚ ਜਿਹੜੀ ਹੈ ਇਹੀ ਦੁਬਦਾ ਹੈ। ਜੋ ਕੁਝ ਦਿਸ ਰਿਹਾ ਹੈ ਆਪਾਂ ਨੂੰ, ਆ ਦੂਜਾ ਤੀਜਾ, ਇਹ ਸਾਰੀ ਦੁਬਦਾ ਹੈਗੀ। ਇਹ ਤਿਰਗੁਣੀ ਮਾਇਆ ਹੈਗੀ ਆ। ਦੁਬਦਾ ਦੂਜਾ ਭਾਵ ਹੈਗਾ। ਗੁਰ ਪ੍ਰਸਾਦ ਦੀ ਸਹਿਜ ਕੋ ਪਾਏ, ਦੁਬਦਾ ਮਾਰੇ ਇੱਕ ਕਸਿਓ ਲਿਵ ਲਾਏ। ਇੱਕ ਦੇ ਨਾਲ ਲਿਵ ਲੱਗ ਜਾਂਦੀ ਹੈ ਉਹਦੀ, ਅੰਦਰ ਬਾਹਰ ਇੱਕ ਨਜ਼ਰ ਆਉਂਦਾ ਹੈ ਉਹਨਾਂ ਨੂੰ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚੇ ਸਮਾਵਣਿਆ। ਮਾਲਕ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤੇ ਆ ਜਿਹੜਾ ਧਿਆਨ ਸਿਮਰਨ ਆ ਭਗਤੀ ਮਿਲ ਜਾਂਦੀ ਹੈ, ਔਰ ਉਸ ਮਾਲਕ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਇਸ ਸੱਚ ਦੇ ਵਿੱਚ ਇਨਸਾਨ ਸਮਾ ਜਾਂਦਾ ਹੈ, ਸੱਚ ਦਾ ਰੂਪ ਹੋ ਜਾਂਦਾ ਹੈ, ਪਰਮੇਸ਼ਰ ਦਾ ਰੂਪ ਹੋ ਕੇ ਸੱਚ ਦੇ ਵਿੱਚ ਸਮਾ ਜਾਂਦਾ ਹੈ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ। ਆ ਲਓ ਦੇਖ ਲਓ, ਮਾਲਕ ਪਰਮਾਤਮਾ ਦੀ ਨਜ਼ਰ ਤਾਂ ਮਹਾਰਾਜ ਕਹਿੰਦੇ ਸਾਰਿਆਂ ਦੇ ਉੱਤੇ ਆਏਗੀ ਭਾਈ, ਕੋਈ ਲੈਣਾ ਚਾਹੇ ਤੇ ਲੈ ਲੈ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਹੁਣ ਜਿਹਨੇ ਲੈ ਲਈ ਆ ਭਾਈ ਉਹਦੇ ਤੇ ਕਨੇਰੀ ਆ, ਜਿਹਨੇ ਨਹੀਂ ਲਈ ਉਹਦੇ ਤੇ ਥੋੜੀ ਹੈਗੀ ਭਾਈ। ਤੁਝ ਤੇ ਬਾਹਰ ਕਿਛ ਨਾ, ਇਹੋ ਜਿਹੇ ਜਿਹੜੇ ਹੈਗੇ ਇਸ ਤਰ੍ਹਾਂ ਹੀ ਆਪਾਂ ਨੂੰ ਪਰਮੂਟੇਸ਼ਨ ਕੰਬੀਨੇਸ਼ਨ ਜਿਹੜੇ ਹੈਗੇ ਇਹੋ ਜਿਹੇ ਮਿਲਣੇ ਆ ਭਾਈ। ਗੁਣ ਰਾਉ ਗੁਣ, ਜਿਨ੍ਹਾਂ ਦੇ ਕੋਲ ਗੁਣ ਹੈਗੇ ਨਜ਼ਰ ਆ ਮਾਲਕ ਪਰਮਾਤਮਾ ਦੀ ਫੁੱਲ, ਜਿਹੜੇ ਕਿਸੇ ਕੋਲ ਘੱਟ ਆ ਭਾਈ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਤੁਝ ਤੇ ਬਾਹਰ ਕਿਛੁ ਨਾ ਹੋਵੇ, ਤੁਝ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖੇ ਸੋਝੀ ਪਾਵਣਿਆ। ਇੱਕ ਸੈਕਿੰਡ ਜੀ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਤੁਝ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਝੀ ਪਾਵਣੇ। ਕਹਿੰਦੇ ਤੇਰੇ ਤੋਂ ਬਾਹਰ ਕੁਝ ਨਹੀਂ ਹੋ ਰਿਹਾ ਭਾਈ। ਜਿਹੜੇ ਮਨਮੁਖ ਹੈਗੇ, ਜਿਹੜੇ ਨੈਗੇਟਿਵਿਟੀ ਦੇ ਵਿੱਚ ਚੱਲ ਰਹੇ ਆ ਸਾਰੇ, ਔਰ ਜਿਹੜੇ ਰੱਬ ਵਾਲੇ ਪਾਸੇ ਹੈ, ਗੁਣਾਂ ਵਾਲੇ ਹੈਗੇ ਆ, ਜਿਨ੍ਹਾਂ ਤੇ ਫੁੱਲ ਕਿਰਪਾ ਹੈ ਮਾਲਕ ਪਰਮਾਤਮਾ ਦੀ, ਕਹਿੰਦੇ ਸਾਰੀ ਦੀ ਸਾਰੀ ਖੇਡ ਤੇਰੀ ਆ ਮਾਲਕਾ। ਗੁਰੂ ਦੇ ਰਾਹੀਂ ਇਹ ਸੂਝ ਪੈਂਦੀ ਹੈ। ਗੁਰਮੁਖੇ ਸੋਝੀ ਪਾਵਣਿਆ, ਗੁਰੂ ਦੇ ਰਾਹੀਂ ਇਹ ਧਿਆਨ ਸਿਮਰਨ ਵਾਲੀ, ਇਹ ਨਜ਼ਰ ਵਾਲੀ ਜਿਹੜੀ ਹੈਗੀ ਸੂਝ ਗੁਰੂ ਦੇ ਰਾਹੀਂ ਪੈਂਦੀ ਹੈ ਭਾਈ। ਕਿਸ ਤਰੀਕੇ ਦੇ ਨਾਲ ਜਿਹੜੀਆਂ ਮਾਲਕ ਪਰਮਾਤਮਾ ਦੀ ਕਿਰਪਾ ਦੇ ਪਾਤਰ ਆਪਾਂ ਹੋ ਸਕਦੇ। ਗੁਰਮੁਖੇ ਤਤ ਹੈ ਵਿਚਾਰਾ, ਗੁਰੂ ਦੇ ਰਾਹੀਂ ਭਾਈ ਤਤ ਪਤਾ ਲੱਗਦਾ ਵੀ ਆਹ ਤਤ ਹੈਗਾ ਭਾਈ, ਆਹ ਤਾਂ ਫੋਕ ਹੈ। ਮੈਂ ਤਾਂ ਜਨਮਾਂ ਦਾ ਜਿਹੜਾ ਹੈਗਾ ਹੁਣ ਤੱਕ ਫੋਕ ਹੀ ਇਕੱਠਾ ਕਰਦਾ ਰਹਿ ਗਿਆ। ਗੁਰਮੁਖੇ ਤਤ ਹੈ ਵਿਚਾਰਾ, ਵਿਚਾਰ ਗੁਰੂ ਦੇ ਰਾਹੀਂ ਮਿਲਦੀ ਹੈ। ਅੰਮ੍ਰਿਤ ਭਰੇ ਤੇਰੇ ਭੰਡਾਰਾ, ਤੇਰੇ ਭੰਡਾਰ ਅੰਮ੍ਰਿਤ ਦੇ ਭਰੇ ਆ ਪੂਰੇ ਦੇ ਪੂਰੇ ਭਾਈ। ਜਿਹੜਾ ਵੀ ਗੁਰਮੁਖ ਸਿਸਟਮ ਚ ਆਏਗਾ, ਤਤ ਦੀ ਵਿਚਾਰ ਲੈ ਲੇਗਾ ਤੇ ਉਹ ਅੰਮ੍ਰਿਤ ਦੇ ਵਾਸਤੇ ਯਾਤਰਾ ਸ਼ੁਰੂ ਕਰ ਦੇਗਾ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾਵਣਿਆ। ਕਹਿੰਦੇ ਬਗੈਰ ਸਤਿਗੁਰੂ ਦੀ ਸੇਵਾ, ਜੋ ਗੁਰੂ ਗਿਆਨ ਕਹਿ ਰਿਹਾ ਹੈ ਉਹ ਸੇਵਾ, ਬਗੈਰ ਪ੍ਰੇਮਾ ਭਗਤੀ ਦੇ, ਬਗੈਰ ਤੇਰੇ ਧਿਆਨ ਸਿਮਰਨ ਦੇ, ਬਗੈਰ ਜਿਹੜਾ ਹੈਗਾ ਆਪਣੇ ਅੰਦਰ ਵੜਨ ਦੇ, ਵਿਚਾਰ ਬੰਦ ਕਰਨ ਦੇ, ਕਹਿੰਦੇ ਕੋਈ ਨਹੀਂ ਪਾ ਸਕਦਾ। ਗੁਰ ਕਿਰਪਾ ਤੇ ਪਾਵਣਿਆ, ਗੁਰੂ ਦੀ ਕਿਰਪਾ ਤੋਂ ਹੀ ਪਾ ਸਕਦੇ ਹਾਂ ਆਪਾਂ ਭਾਈ। ਇਹ ਗਿਆਨ ਜਿਹੜਾ ਹੈਗਾ ਇਹਦੇ ਅਨੁਸਾਰ ਚੱਲ ਕੇ ਇਹ ਗੁਰਪ੍ਰਸਾਦ ਮਿਲਦਾ ਹੈ, ਗੁਰੂ ਦੀ ਕਿਰਪਾ ਮਿਲਦੀ ਹੈ। ਇਹੀ ਗੁਰੂ ਹੈਗਾ ਭਾਈ। ਜੇ ਇਹਦੇ ਅਨੁਸਾਰ ਚੱਲਾਂਗੇ ਤੇ ਆਪਾਂ ਕਿਰਪਾ ਦੇ ਪਾਤਰ ਹੋ ਜਾਵਾਂਗੇ। ਸਤਿਗੁਰ ਸੇਵਾ ਸੋ ਜਨ ਸੋ ਹੈ। ਜਿਹਨੇ ਵੀ ਇਹ ਯਾਤਰਾ ਸ਼ੁਰੂ ਕਰ ਦਿੱਤੀ, ਜਿਹਨੇ ਵੀ ਗੁਰੂ ਦੀ ਦਸੀ ਸੇਵਾ ਸ਼ੁਰੂ ਕਰਤੀ, ਸਤਿਗੁਰੂ ਨੂੰ ਸੇਵਣਾ ਸ਼ੁਰੂ ਕਰਤਾ। ਸਤਿਗੁਰੂ ਨੂੰ ਸੇਵਣਾ ਕੀ ਹੈਗਾ? ਜਿਹਨੇ ਵੀ ਜਿਹੜਾ ਹੈਗਾ ਜੋ ਗੁਰੂ ਕਹਿ ਰਿਹਾ ਆ, ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ, ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਬਿਲਕੁਲ ਜਿਹੜੀ ਸੇਵਾ ਡਿਫਾਈਨਡ ਹੈਗੀ ਆ, ਪ੍ਰੇਮਾ ਭਗਤੀ। ਸਤਿਗੁਰ ਸੇਵਾ ਸੋ ਜਨ ਸੋ ਹੈ, ਉਹ ਉਸ ਸੋਹਣਾ ਹੋ ਜਾਂਦਾ ਹੈ ਭਾਈ। ਉਹਦੀ ਲੋਕ ਪਰਲੋਕ ਚ ਇੱਜ਼ਤ ਹੋ ਜਾਂਦੀ, ਸੋਭਾ ਹੋ ਜਾਂਦੀ ਹੈ ਉਹਦੀ। ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ, ਉਹਦਾ ਅੰਮ੍ਰਿਤ ਨਾਮ ਦੇ ਨਾਲ ਅੰਦਰ ਉਹਦਾ ਭਿੱਜ ਜਾਂਦਾ ਹੈ, ਮੋਹਿਆ ਜਾਂਦਾ ਹੈ।
ਅੰਮ੍ਰਿਤੇ ਮਨ ਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ। ਉਹ ਤਾਂ ਅੰਮ੍ਰਿਤ ਦੇ ਨਾਲ ਮਨ ਔਰ ਤਨ ਇਸ ਬਾਣੀ ਦੇ ਨਾਲ, ਅਨਹਦ ਬਾਣੀ ਦੇ ਨਾਲ ਰਤਿਆ ਗਿਆ ਪਾਏ। ਅੰਮ੍ਰਿਤ ਸਹਿਜ ਸੁਣਾਵਣਿਆ, ਔਰ ਸਹਿਜ ਦੇ ਨਾਲ ਉਹ ਜਿਹੜਾ ਹੈਗਾ ਅੰਮ੍ਰਿਤ ਜਿਹੜਾ ਹੈਗਾ ਸੁਣਾਉਂਦਾ ਹੈਗਾ, ਦੂਸਰਿਆਂ ਨੂੰ ਵੀ ਗਿਆਨ ਦਿੰਦਾ ਹੈਗਾ। ਔਰ ਉਹਦੇ ਅੰਦਰ ਵੀ ਜਿਹੜਾ ਹੈਗਾ ਸਹਿਜ ਅਵਸਥਾ ਆ ਜਾਂਦੀ ਆ, ਉਹਦੇ ਅੰਦਰ ਜਿਹੜੀ ਹੈਗੀ ਆ ਉਹ ਨਾਦ, ਉਹ ਅੰਮ੍ਰਿਤ, ਉਹ ਸਾਰੀ ਖੇਡ ਵਰਤ ਜਾਂਦੀ ਹੈ। ਮਨਮੁਖ ਭੂਲਾ ਦੂਜੇ ਭਾਏ ਖੁਆਏ। ਕਹਿੰਦੇ ਮਨ ਦੇ ਵਿੱਚ ਚੱਲ ਰਿਹਾ ਜਿਹੜਾ ਬੰਦਾ, ਉਹ ਤਾਂ ਭੁੱਲਿਆ ਹੋਇਆ ਭਾਈ, ਉਹਦੇ ਅੰਦਰ ਡੁਐਲਿਟੀ ਹੈਗੀ, ਉਹਦੇ ਅੰਦਰ ਮਾਇਆ ਹੈਗੀ, ਉਹਦੇ ਅੰਦਰ ਪ੍ਰਕਿਰਤੀ ਹੈਗੀ ਆ, ਉਹਦੇ ਅੰਦਰ ਰਸ ਕਸ ਹੈਗੇ। ਕਹਿੰਦੇ ਖੁਆਰ ਹੋਊਗਾ, ਖੁਆਰ ਹੋ ਰਿਹਾ ਉਹ ਖੁੱਸ ਗਿਆ ਰਸਤੇ ਤੋਂ। ਮਨਮੁਖ ਭੂਲਾ ਦੂਜੇ ਪਾਏ, ਡੁਐਲਿਟੀ ਦੇ ਨਾਲ ਦੂਜਾ ਪਿਆਰ ਆ ਉਹਦੇ ਨਾਲ, ਪਾਏ ਮਤਲਬ ਪਿਆਰ, ਖੁਆਏ ਕਹਿੰਦੇ ਉਹ ਤਾਂ ਖੁਆਰੀ ਚ ਹੋ ਰਿਹਾ ਹੈ। ਖੁਆਏ ਮਤਲਬ ਖੁਆਰੀ ਕਰ ਰਿਹਾ, ਉਹ ਖੁਆਰੀ ਵਾਲੇ ਰਸਤੇ ਤੇ ਜਾ ਰਿਹਾ ਹੈ। ਉਹ ਤਾਂ ਜ਼ਹਿਰ ਦੇ ਨਾਲ ਜਿਹੜਾ ਹੈਗਾ ਜ਼ਹਿਰ ਦੇ ਨਾਲ ਵਰਤ ਰਿਹਾ ਹੈ, ਬਿਖ ਦੇ ਨਾਲ ਲੱਗ ਪਿਆ ਭਾਈ। ਮਨਮੁਖ ਭੂਲਾ ਦੂਜੇ ਪਾਏ ਖੁਆਏ, ਨਾਮ ਨਾ ਲੈਵੇ ਮਰੇ ਬਿਖਾਏ। ਕਹਿੰਦੇ ਫਿਰ ਤਾਂ ਇਹਨੇ ਜਦ ਜ਼ਹਿਰ ਵੱਲ ਨੂੰ ਜਾ ਰਿਹਾ ਆ, ਤੇ ਫਿਰ ਤਾਂ ਉਹਨੇ ਜਿਹੜਾ ਹੈਗਾ ਜ਼ਹਿਰ ਨੂੰ ਖਾ ਕੇ ਮਰਨਾ ਹੀ ਹੈ ਭਾਈ। ਨਾਮ ਤਾਂ ਲੈ ਨਹੀਂ ਰਿਹਾ ਜਿਹੜਾ ਅੰਮ੍ਰਿਤ ਹੈਗਾ। ਮਨਮੁਖ ਭੂਲਾ ਦੂਜੇ ਪਾਏ ਖੁਆਏ, ਨਾਮ ਨਾ ਲੈਵੇ ਮਰੇ ਬਿਖਾਏ। ਅਨਦਿਨ ਸਦਾ ਵਿਸ਼ਟਾ ਮੈਂ ਵਾਸਾ। ਕਹਿੰਦੇ ਅਨਦਿਨ, ਔਰ ਦੇਖ ਲਓ ਕੋਈ ਦਿਨ ਖਾਲੀ ਨਹੀਂ ਜਾਂਦਾ। ਕਹਿੰਦੇ ਵਿਸ਼ ਇਹ ਵਿਸ਼ਟਾ ਜਿਹੜੀ ਹੈਗੀ, ਗੰਦਗੀ ਜਿਹੜੀ ਹੈਗੀ, ਇਹਦੇ ਵਿੱਚ ਹੀ ਵਾਸਾ ਰਹਿੰਦਾ ਹੈ। 24 ਰਾਉਂਡ ਦੀ ਕਲੌਕ ਇਹਦੇ ਵਿੱਚ ਹੀ ਵਾਸਾ ਹੈਗਾ। ਬਿਨ ਸੇਵਾ ਜਨਮ ਗਵਾਵਣਿਆ। ਬਿਨ ਬਗੈਰ ਸੇਵਾ ਦੇ, ਜੋ ਗੁਰੂ ਦੀ ਸੇਵਾ ਹੈਗੀ ਆ, ਜੋ ਸਤਿਗੁਰੂ ਦੀ ਸੇਵਾ ਹੈਗੀ ਆ, ਉਸ ਤੋਂ ਬਗੈਰ ਕਹਿੰਦੇ ਆਪਣਾ ਮਨੁੱਖੀ ਜੀਵਨ ਇਸ ਤਰ੍ਹਾਂ ਅਜਾਈ ਗਵਾ ਦਿੰਦਾ ਹੈ। ਅੰਮ੍ਰਿਤ ਪੀਵੇ ਜਿਸਨੂੰ ਆਪ ਪਿਆਏ। ਕਹਿੰਦੇ ਦਾਤ ਮਾਲਕ ਦੀ ਹੈਗੀ, ਪਿਉਣੀ ਉਹਨੇ ਜਿਹੜਾ ਹੈਗਾ ਸਿਸਟਮ ਦੇ ਦੁਆਰਾ ਹੈ, ਗੁਰੂ ਦਾ ਗਿਆਨ ਦਿੱਤਾ ਹੈ, ਜੋ ਜਿਸ ਤਰ੍ਹਾਂ ਜਿਹੜਾ ਹੈਗਾ ਉਹਦੇ ਅਨੁਸਾਰ ਜਿਹੜਾ ਚੱਲਦਾ ਹੈ ਮਾਲਕ ਦੇ ਹੁਕਮ ਦੇ ਵਿੱਚ, ਉਹ ਅੰਮ੍ਰਿਤ ਪੀ ਲੈਂਦਾ ਹੈ, ਉਹਨੂੰ ਦੇ ਦਿੰਦਾ ਹੈ ਮਾਲਕ ਪਰਮਾਤਮਾ ਅੰਮ੍ਰਿਤ। ਅੰਮ੍ਰਿਤ ਪੀਵੇ ਜਿਸਨੂੰ ਆਪ ਪਿਆਏ, ਇਸ ਤਰ੍ਹਾਂ ਮਾਲਕ ਪਰਮਾਤਮਾ ਪਿਆਉਂਦਾ ਹੈ ਭਾਈ। ਗੁਰ ਪ੍ਰਸਾਦੀ ਸਹਿਜੇ ਲਿਵ ਲਾਏ। ਗੁਰੂ ਦੇ ਪ੍ਰਸਾਦ ਦੇ ਨਾਲ, ਗੁਰ ਪ੍ਰਸਾਦੀ ਸਹਿਜੇ ਲਿਵ ਲਾਏ, ਆਇਆ ਗੁਰੂ ਦਾ ਪ੍ਰਸਾਦ, ਲਿਵ ਲੱਗ ਜਾਂਦੀ ਹੈ, ਸਹਿਜ ਅਵਸਥਾ ਆ ਜਾਂਦੀ ਹੈ ਉਹਦੇ ਅੰਦਰ ਵਿਚਾਰ ਘਟ ਜਾਂਦੇ ਹੈ। ਪੂਰਨ ਪੂਰ ਰਿਹਾ ਸਭ ਆਪੇ, ਗੁਰਮਤੀ ਨਜ਼ਰੀ ਆਵਣਿਆ। ਉਹ ਮਾਲਕ ਪਰਮਾਤਮਾ ਹਰ ਜਗ੍ਹਾ ਤੇ ਪੂਰੀ ਤਰ੍ਹਾਂ ਰਵਿਆ ਹੋਇਆ ਹੈ, ਔਰ ਗੁਰੂ ਦੀ ਮੱਤ ਦੇ ਦੁਆਰਾ ਇਹ ਸਾਚੀ ਜਿਹੜੀ ਹੈਗੀ ਆ, ਸਤਿਗੁਰ ਸਾਚੀ ਸਿੱਖ ਸੁਣਾਈ, ਇਸ ਦੇ ਦੁਆਰਾ ਇਹ ਆ ਗੁਰੂ ਦੀ ਮੱਤ। ਪੂਰਨ ਪੂਰ ਰਿਹਾ ਸਭ ਆਪੇ, ਗੁਰਮਤਿ ਨਦਰੀ ਆਵਣਿਆ। ਇਸ ਮੱਤ ਦੇ ਦੁਆਰਾ, ਇਸ ਸਿੱਖਿਆ ਦੇ ਦੁਆਰਾ ਹੀ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੇ ਨਜ਼ਰ ਆਉਣਾ ਹੈ ਭਾਈ, ਪ੍ਰਗਟ ਹੋ ਜਾਣਾ ਹਿਰਦੇ ਦੇ ਵਿੱਚ। ਆਪੇ ਆਪ ਨਿਰੰਜਨ ਸੋਈ। ਕਹਿੰਦੇ ਉਹ ਨਿਰੰਜਨ, ਮਾਇਆ ਤੋਂ ਰਹਿਤ ਉਹ ਮਾਲਕ ਪਰਮਾਤਮਾ ਹੈਗਾ। ਉਹ ਆਪ ਨਿਰੰਜਨ ਹੈਗਾ, ਮਾਇਆ ਦੇ ਵਿੱਚ ਨਹੀਂ ਹੈਗਾ। ਸੰਸਾਰ ਦੇ ਵਿੱਚ ਉਹਨੇ ਮਾਇਆ ਪਾਈ ਹੋਈ ਹੈ, ਅੰਜਨ ਪਾਇਆ ਹੋਇਆ ਹੈ, ਔਰ ਇਸ ਚੋਂ ਹੀ ਆਪਾਂ ਨੇ ਨਿਕਲਣਾ ਹੈ। ਆਹੀ ਖੇੜਿਆ ਉਸ ਮਾਲਕ ਪਰਮਾਤਮਾ ਦੀ। ਜਿਨੇ ਸਿਰਜੀ ਤਿਨੇ ਆਪੇ ਗੋਈ। ਜਿਸ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈਗੀ, ਉਸੇ ਨੇ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਨਸ਼ਟ ਕਰਦਾ ਹੈ। ਜਿਹੜੇ ਆਉਂਦੇ ਆ ਔਰ ਸਮਾਂ ਪਾ ਕੇ ਜਿਹੜਾ ਹੈਗਾ, ਜਿੰਨੀ ਉਮਰ ਹੁੰਦੀ ਹੈ ਭੋਗ ਕੇ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਸਰੀਰ ਤੋਂ ਵੱਖ ਕਰ ਦਿੰਦੇ ਆ, ਆਤਮਾ ਨੂੰ। ਆਪੇ ਆਪ ਨਿਰੰਜਨ ਸੋਈ, ਜਿਨੇ ਸਿਰਜੀ ਤਿਨੇ ਆਪੇ ਗੋਈ। ਨਾਨਕ ਨਾਮ ਸਮਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ। ਇਸ ਕਰਕੇ ਹੇ ਪਿਆਰਿਆ, ਹੇ ਮੇਰੇ ਮਿੱਤਰਾ, ਨਾਮ ਨੂੰ ਸੰਭਾਲ ਲਾ, ਨਾਮ ਦੇ ਵੱਲ ਲੱਗ ਜਾ। ਸਮਾਂ ਜਿੰਨਾ ਚਲਾ ਗਿਆ, ਜੋ ਤੀਰ ਨਿਕਲ ਗਏ ਉਹਨਾਂ ਦਾ ਕੁਛ ਨਹੀਂ ਹੋ ਸਕਦਾ। ਜਿਹੜੇ ਤੀਰ ਬਾਕੀ ਆ ਸਵਾਸਾਂ ਦੇ, ਉਹਨਾਂ ਨੂੰ ਸੰਭਾਲ ਲਾ ਪਿਆਰਿਆ। ਨਾਮ ਦੇ ਨਾਲ ਲੱਗ ਜਾ, ਜੁਟ ਜਾ ਨਾਮ ਦੇ ਨਾਲ, ਸਹਿਜ ਦੇ ਵਿੱਚ ਸਮਾ ਜਾਏਗਾ, ਸੁਖੀ ਹੋ ਜਾਏਗਾ ਭਾਈ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸੱਚ ਸਮਾਵਣਿਆ। ਸਹਿਜ ਅਵਸਥਾ ਦੇ ਵਿੱਚ, ਸੱਚ ਦੇ ਵਿੱਚ ਸਮਾ ਜਾਏਗਾ ਭਾਈ, ਹਮੇਸ਼ਾ ਵਾਸਤੇ ਅਬਨਾਸੀ ਹੋ ਜਾਏਗਾ, ਸਰੀਰ ਦੀ ਪਕੜ ਤੋਂ ਆਜ਼ਾਦ ਹੋ ਜਾਏਗਾ। ਹਾਂਜੀ, ਲੜੀ ਦੇ 16 ਹੋ ਗਏ।
31 ਹੈਗੇ, ਇਹਦੇ ਵਿੱਚੋਂ ਜਿਹੜੇ ਹੈਗੇ ਆ ਇਹ 17 ਟੋਟਲ ਹੋ ਗਏ ਸੀਰੀਅਲ ਵਾਈਜ਼। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। प्रभ का सिमरन जी, बार बार तुसी खोलो ना अपना माइक। वाहेगुरु। 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 वाहेगुरु।
ਵਾਹਿਗੁਰੂ।